ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿੱਖ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਅੱਜ ਜਦੋਂ ਸਿੱਖਾਂ ਦੀ ਦਸ਼ਾ ਦੇ ਵੱਲ ਦੇਖਿਆ ਜਾਂਦਾ ਤਾਂ ਸਵਾਲ ਬੜੇ ਉੱਭਰਦੇ ਨੇ ਕਿ ਆਖਰਕਾਰ ਭਵਿੱਖ ਕੀ ਹੋਣਾ। ਜੋ ਕੁਝ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ, ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਨੇ, ਸਿਮਰਨਜੀਤ ਮਾਨ, ਦਾਦੂਵਾਲ ਸਾਹਿਬ ਦਿੱਲੀ ਕਮੇਟੀ ਵਾਲੇ ਵੀ ਵਿੱਚ ਸ਼ਾਮਲ ਕੀਤੇ ਗਏ ਨੇ, ਕਾਲਕਾ ਮਨਜੀਤ ਸਿੰਘ ਜੀਕੇ ਜਾਂ ਹੋਰ ਵੀ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਉਧਰਲੇ ਬੰਨੇ ਬੀਜੇਪੀ ਵੱਲ, ਜਿਹੜੇ ਬੀਜੇਪੀ ਦੇ ਪੱਖ ਵਿੱਚ ਨੇ, ਉਹ ਕਹਿੰਦੇ ਕਿ ਬੀਜੇਪੀ ਸਿੱਖਾਂ ਦੇ ਮਸਲੇ ਹੱਲ ਕਰਨ ਦੇ ਲਈ ਤਿਆਰ ਹੈ, ਇੱਕ ਵਾਰ ਆਓ ਤੇ ਸਹੀ ਬਹਿ ਕੇ ਗੱਲ ਕਰੋ। ਪਰ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਕੋਈ ਵੀ ਆਪਣੀ ਜਿਹੜੀ ਆ ਉਹ ਸਿਆਸੀ ਚੁੱਪੀ ਜਿਹੜੀ ਧਾਰੀ ਹੋਈ ਹੈ ਉਹਨੂੰ ਤੋੜਨ ਲਈ ਤਿਆਰ ਨਹੀਂ। ਆਮ ਆਦਮੀ ਪਾਰਟੀ ਦੀ ਵੀ ਗੱਲ ਮੈਂ ਨਾਲ ਹੀ ਜਾਣਨਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਤੇ ਸਵਾਲ ਉੱਠੇ ਸੀ ਚੋਣਾਂ ਤੋਂ ਪਹਿਲਾਂ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਇਹ ਫੈਸਲਾ ਕਿਉਂ ਨਹੀਂ ਲੈਂਦੇ। ਉਹ ਠੰਡੇ ਬਸਤੇ 'ਚ ਚਲਾ ਗਿਆ। ਫਿਰ ਉਮੀਦ ਕਿਸ ਤੋਂ ਕੀਤੀ ਜਾਏ? ਜੇ ਹੁਣ ਕਮੇਟੀ ਬਣੀ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਸ਼ੱਕ ਜਾਪਦਾ ਕਿ ਉਹ ਸਿਰਫ ਆਪਣੀ ਸਿਆਸੀ ਜ਼ਮੀਨ ਬਚਾਉਣ ਦੇ ਲਈ ਲੱਗੇ ਹੋਏ ਨੇ। ਹਾਂਜੀ, ਇਹ ਤੁਹਾਡੀ ਗੱਲ ਸੁਖਵਿੰਦਰ ਬਿਲਕੁਲ ਠੀਕ ਹੈ ਕਿ ਵੈਸੇ ਤੇ ਮੈਂ ਸਮਝ ਆਏ ਹਾਂ ਕਿ ਮੈਨੂੰ ਨਹੀਂ ਇਸ ਵੇਲੇ ਕੋਈ ਐਡਾ ਵੱਡਾ ਲੱਗਦਾ, ਕਿਉਂਕਿ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਨੇ, ਜਾਂਦੀਆਂ ਰਹਿੰਦੀਆਂ ਨੇ। ਤੇ ਵੈਸੇ ਸਾਡੇ ਬਾਰੇ ਮਸ਼ਹੂਰ ਹੈ ਵੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਇਹ ਮੁਹਿੰਮਾਂ ਜਿਹੜੀਆਂ ਨੇ, ਮੁਹਿੰਮ ਲਫ਼ਜ਼ ਜਿਹੜਾ ਹੈ ਸਿਆਸਤ ਦਾ ਹੀ ਹੈ। ਸਾਨੂੰ ਧਾਰਮਿਕ ਮੁਹਿੰਮਾਂ ਜਿਹੜੀਆਂ ਨੇ ਉਹ ਬਹੁਤ ਪੁਰਾਣੀਆਂ ਅਬਦਾਲੀ ਵੇਲੇ ਸਨ। ਉਦੋਂ ਵੀ ਸਾਡੇ ਕੋਲੋਂ ਸਿਆਸਤ ਜਿਹੜੀ ਹੈ ਔਰ ਜੋ ਨਿਕਲੀ, ਮਤਲਬ ਜਿਹੜੀਆਂ ਪਾਰਟੀਆਂ ਨਿਕਲੀਆਂ ਰਣਜੀਤ ਸਿੰਘ ਦੇ ਰਾਜ ਤੱਕ, ਉਹ ਸਾਰਾ ਕੁਝ ਚੱਲਦਾ ਰਿਹਾ। ਅੱਜ ਵੀ ਇਹ ਸਾਰਾ ਕੁਝ ਜਿਹੜਾ ਹੋ ਰਿਹਾ, ਤੁਸੀਂ ਜ਼ਿਕਰ ਵੀ ਕਰਤਾ ਹੈ। ਤੁਸੀਂ ਕਿਸੇ ਸਿੱਖ ਦਾ ਜ਼ਿਕਰ ਨਹੀਂ ਕੀਤਾ, ਕਿਸੇ ਸਿੱਖ ਸੰਸਥਾ ਦਾ ਜ਼ਿਕਰ ਨਹੀਂ ਕੀਤਾ, ਤੁਸੀਂ ਸਿਆਸੀ ਪਾਰਟੀਆਂ ਦਾ ਜ਼ਿਕਰ ਕੀਤਾ। ਹੁਣ ਸਿਆਸੀ ਪਾਰਟੀਆਂ ਵਿੱਚੋਂ ਜਿਹੜਾ ਸਿੱਖ ਸਿਆਸਤ ਹੈ, ਸਿੱਖ ਸਿਆਸਤ ਇੱਕ ਜਿਹੜੀ ਉਹ ਬੜੀ ਮਤਲਬ ਰੰਗਾਂ ਦੀ ਸਿੱਖ ਸਿਆਸਤ ਬਣ ਗਈ ਹੈ, ਕਿਉਂਕਿ ਆਪਣੇ ਆਪਣੇ ਹਿੱਤਾਂ ਨਾਲ ਜੁੜੀ ਹੈ। ਸਾਡੇ ਬਾਰੇ ਮਸ਼ਹੂਰ ਇਹ ਹੈ ਕਿ ਜਿਹੜੇ ਬੰਦੇ ਨੂੰ ਗੁਰਦੁਆਰੇ ਦੀ ਪ੍ਰਧਾਨਗੀ ਤੋਂ ਲਾਹ ਦਿੰਦਾ ਹੈ, ਉਹ ਆਪਣੇ ਘਰ ਨੂੰ ਹੀ ਗੁਰਦੁਆਰਾ ਡਿਕਲੇਅਰ ਕਰਕੇ ਗੁਰਦੁਆਰੇ 'ਚ ਰਹਿਣਾ ਚਾਹੁੰਦਾ ਹੈ। ਚਲੋ, ਇੱਥੇ ਧਾਰਮਿਕ ਗੱਲ ਤੋਂ ਉਹ ਮੈਨੂੰ ਚੰਗਾ ਲੱਗਦਾ ਸੀ ਔਰ ਮੈਨੂੰ ਬੁਰਾ ਨਹੀਂ ਸੀ ਲੱਗਦਾ। ਚਲੋ, ਉਹਦੇ ਕਾਰਨ ਹੋਣਗੇ ਅਲੱਗ-ਅਲੱਗ। ਅੱਜ ਜਿਹੜਾ ਹੋ ਰਿਹਾ ਹੈ, ਜਿਹੜੀ ਕਮੇਟੀ ਬਣੀ ਹੈ, ਇਹ ਤੇ ਕਮੇਟੀ ਸਿਆਸਤਦਾਨਾਂ ਦੀ ਬਣ ਗਈ ਹੈ। ਸੁਖਿੰਦਰ, ਮੈਨੂੰ ਸਮਝ ਨਹੀਂ ਆਉਂਦੀ ਕਿ ਸਿਆਸਤਦਾਨਾਂ ਨੇ ਜੇ ਹੱਲ ਕਰਨਾ ਸੀ ਤੇ ਅੱਜ ਹੀ ਕਿਉਂ ਉਹਨਾਂ ਨੂੰ ਯਾਦ ਆਇਆ, ਅੱਜ ਹੀ ਕਿਉਂ ਕਰਨ ਲੱਗੇ ਨੇ? ਕੱਲ੍ਹ ਕਿਉਂ ਨਹੀਂ ਕੀਤਾ? ਪਰਸੋਂ ਕਿਉਂ ਨਹੀਂ ਕੀਤਾ? 10 ਸਾਲ ਪਹਿਲਾਂ, 2 ਸਾਲ ਪਹਿਲਾਂ ਕਿਉਂ ਨਹੀਂ ਕੀਤਾ? ਆਖਿਰਕਾਰ 84 ਨੂੰ ਇਸ ਵੇਲੇ 16 ਤੇ 22 38 ਸਾਲ ਹੋ ਗਏ ਨੇ। 38 ਸਾਲਾਂ ਬਾਅਦ ਉਹ ਕਹਿੰਦੇ ਅਸੀਂ ਇਕੱਠੇ ਹੋ ਕੇ ਕਰਾਂਗੇ। ਉਹ ਇਹ ਤੇ ਕਹਿ ਸਕਦੇ ਨੇ ਵੀ ਸਾਡੀ ਕਾਂਗਰਸ ਨੇ ਨਹੀਂ ਗੱਲ ਸੁਣੀ, ਸਾਡੀ ਬੀਜੇਪੀ ਗੱਲ ਸੁਣ ਲੈ ਗਈ। ਪਰ ਬੀਜੇਪੀ ਵੀ ਆਪਣੀ ਸਿਆਸਤ ਕਰਦੀ ਹੈ ਤੇ ਸਿੱਖਾਂ ਨਾਲ ਬਣਾ ਕੇ ਰੱਖਣੀ ਹੈ। ਮੈਂ ਪਹਿਲਾਂ ਸਿੱਖ ਵੀ ਆਪਣੀ ਸਿਆਸਤ ਕਰਦੇ ਨੇ ਕਿ ਅਸੀਂ ਬੰਦੀਆਂ ਦੇ ਬਹਾਨੇ ਨਾਲ ਪੰਥਕਤਾ ਨੂੰ ਨਾਲ ਲੈਣਾ ਹੈ। ਜਿਹੜੀ ਸਮੱਸਿਆ ਬੇਸਿਕ ਇਹ ਹੈ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੁੰਡਿਆਂ ਨਾਲ, ਕਿ ਇਸ ਵੇਲੇ ਜਿਹੜੀ ਧੜੇਬੰਦੀ ਹੋ ਰਹੀ ਹੈ, ਉਹ ਜਿਹੜੇ ਧਾਰਮਿਕ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਸਿਆਸਤ ਜਿਹੜੀ ਹੈ ਉਹ ਧਰਮ ਨੂੰ ਸੂਟ ਨਹੀਂ ਕਰ ਰਹੀ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਧਰਮ ਤੇ ਸਿਆਸਤ ਇਕੱਠੀ ਹੈ। ਉਹਨਾਂ ਨੂੰ ਹੁਣ ਕੋਈ ਡਿਬੇਟ ਐਕੈਡੈਮਿਕਲੀ ਸੋਚਣ ਤਾਂ ਹੈ ਨਾ। ਸਿੱਖ ਸਿਆਸਤਦਾਨਾਂ ਨੇ ਸੋਚ ਲਿਆ ਧਰਮ ਤੇ ਸਿਆਸਤ ਇਕੱਠੀ ਹੈ, ਕਿ ਉਹਨਾਂ ਨੂੰ ਸੂਟ ਕਰਦੀ ਸੀ, ਉਹਨਾਂ ਨੇ ਧਰਮ ਦੀ ਸਿਆਸਤ ਕਰਨੀ ਸੀ, ਉਹਨਾਂ ਨੂੰ ਸੂਟ ਕਰ। ਪਰ ਜਿੱਥੋਂ ਤੱਕ 6ਵੇਂ ਪਾਤਸ਼ਾਹ ਹਜ਼ੂਰ ਦਾ ਮੀਰੀ ਪੀਰੀ ਦਾ ਕਾਨਸੈਪਟ ਦਾ ਤਾਲੁਕ ਹੈ, ਉਹ ਤੇ ਕੰਟੀਨਿਊਟੀ ਵਿੱਚ ਗੁਰੂ ਨਾਨਕ ਦਾ ਜਿਹੜੀ ਭਗਤੀ ਤੇ ਸ਼ਕਤੀ ਹੈ, ਮਤਲਬ ਜਿਹੜਾ ਨੇਮ ਤੇ ਪ੍ਰੇਮ ਹੈ, ਇਹ ਮੁੱਦੇ ਨੇ। ਯਾਨੀ ਜਿਹੜੇ ਐਕਸਟ੍ਰੀਮ ਨੇ ਜ਼ਿੰਦਗੀ ਦੇ, ਉਹਨਾਂ ਨੂੰ ਰਿਜ਼ੋਲਵ ਕਿਵੇਂ ਕਰਨਾ ਹੈ, ਉਹਦੇ ਵਾਸਤੇ ਮੈਥਡੋਲੋਜੀ ਪ੍ਰੋਵਾਈਡ ਕਰਦੀ ਹੈ ਸਿੱਖ ਧਰਮ। ਮੀਰੀ ਪੀਰੀ ਉਹ 2 ਸਿਰਿਆਂ ਨੂੰ ਰਿਜ਼ੋਲਵ ਕਰਨ ਦਾ ਨਾਂ ਸੀ। ਇੱਥੇ 2 ਸਿਰਿਆਂ ਨੇ ਇੱਕ ਸਿਰੇ ਦੀ ਡੋਮੀਨੇਸ਼ਨ ਨੂੰ ਮਤਲਬ ਮੀਰੀ ਪੀਰੀ ਮੰਨ ਲਿਆ। ਉਹ ਨਹੀਂ ਹੋ ਸਕਦਾ। ਇਸ ਵੇਲੇ ਮੈਨੂੰ ਇਹ ਚਾਹੀਦਾ ਸੀ, ਮੈਂ ਇਹ ਸੋਚਦਾ ਸਾਂ, ਕਿਉਂਕਿ ਅਕਾਲ ਤਖਤ ਇੰਟਰਵੀਨ ਕੀਤਾ ਹੈ। ਅਕਾਲ ਤਖਤ ਨੇ ਕਿਹਾ ਕਮੇਟੀ ਬਣਾਓ। ਕਮੇਟੀ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਆਈ ਹੈ। ਤੇ ਮੈਨੂੰ ਇਹ ਪੱਕਾ ਸੀ ਵੀ ਉਹਨਾਂ ਨੇ ਜੇ ਸਿਆਸੀ ਕਮੇਟੀ ਬਣਾਈ ਤੇ ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਤੇ ਉਹਨਾਂ ਨੇ ਸਿਆਸੀ ਕਮੇਟੀ ਬਣਾ ਦਿੱਤੀ। ਜਿਹੜੇ ਮਤਲਬ ਨਾਲ ਲਏ ਬੰਦੇ, ਉਹਨਾਂ ਦੇ ਚਲੋ ਮਤਲਬ ਇਹ ਅਗਲਾ ਸਵਾਲ ਹੈ ਵੀ ਉਹ ਜਿਹੜੀ ਸਿਆਸੀ ਕਮੇਟੀ ਬਣੀ ਹੈ ਉਹਦੇ ਵਿੱਚ ਜਿਹੜੇ ਧੜੇ ਬੈਠੇ ਨੇ
ਉਹ ਧੜੇ ਇੱਕ ਦੂਜੇ ਨੂੰ ਕਿਸ ਹੱਦ ਤੱਕ ਟੋਲਰੇਟ ਕਰਨਗੇ। ਉਸੇ ਸੁਖਬੀਰ ਉਹਨਾਂ ਨੇ ਆਪਣੇ ਧੜੇ ਦੇ ਬੰਦੇ ਵੱਲ ਲੈ ਲਏ, ਉਹ ਚੱਲਣ। ਪਰ ਮੈਨੂੰ ਇਤਰਾਜ਼ ਇਹ ਹੈ ਕਿ ਉਹਦੇ 'ਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਕਿਉਂ ਹੋਏ ਸ਼ਾਮਲ। ਉਹਨਾਂ ਦੇ ਸ਼ਾਮਲ ਹੋਣ ਨਾਲ ਮੇਰੇ ਵਾਸਤੇ ਸਵਾਲ ਪੈਦਾ ਹੋ ਗਿਆ ਕਿ ਕੀ ਸਿੱਖ ਸੰਸਥਾਵਾਂ ਅਸੀਂ ਉਹਨਾਂ ਨੂੰ ਵਰਤਣ ਵਾਸਤੇ ਦੇ ਦਿੱਤੀਆਂ ਨੇ ਸਿੱਖ ਸਿਆਸਤਦਾਨਾਂ ਨੂੰ। ਕਮੇਟੀ ਵਿੱਚ 2 ਬੰਦੇ ਨੇ ਨਾ, ਤਾਂ ਉਹ ਮਤਲਬ ਇਹਦੇ ਵੱਲੋਂ ਜਿਹੜੇ ਸੰਸਥਾਵਾਂ ਦੇ ਪ੍ਰਤੀਨਿਧ ਨੇ, ਉਂਝ ਤਾਂ ਧੁੰਮਾ ਸਾਹਿਬ ਵੀ ਉੱਥੇ ਨੇ, ਤਾਂ ਧੁੰਮਾ ਸਾਹਿਬ ਦੇ ਡੇ 1 ਤੋਂ ਸਿਆਸਤ ਕਰਦੇ ਆ ਰਹੇ ਨੇ, ਉਹਦੇ ਸਿਆਸਤ ਦਾ ਹਿੱਸਾ ਨੇ। ਮੈਂ ਤਾਂ ਉਹਨਾਂ ਧਰਮ ਦਾ ਹਿੱਸਾ ਮੰਨਦਾ ਨਹੀਂ ਕਦੇ। ਉਹ ਕਦੇ ਡਿਬੇਟ ਚੱਲੇਗੀ, ਜਦੋਂ ਪੜਤਾ ਖੁੱਲਣਗੇ ਉਦੋਂ ਸਾਹਮਣੇ ਆ ਜਾਣਗੇ ਉਹ, ਜੋ ਮਤਲਬ ਚੱਲ। ਪਰ ਜੋ ਧਾਰਮਿਕ ਵੀ ਹਨ ਜਿੰਨੀ ਕੁ ਮਾਤਰਾ ਵਿੱਚ, ਤੇ ਟਕਸਾਲ ਦੇ ਮੁਖੀ ਨੇ, ਤੇ ਉਹ ਲਗਾਤਾਰ ਬਾਦਲ ਸਾਹਿਬ ਨਾਲ, ਸੁਖਬੀਰ ਨਾਲ ਨਿਭਦੇ ਆ ਰਹੇ ਨੇ। ਉਹ ਉਹਨਾਂ ਨੇ ਉੱਥੇ ਮੀਟਿੰਗ ਜਦੋਂ ਹੋਈ ਉਹਦੇ ਵਿੱਚ ਵੀ ਸਾਬਤ ਹੋ ਗਿਆ ਸੀ, ਜੋ ਹੁਣ ਕਮੇਟੀ 'ਚ ਲਿਆ ਤਾਂ ਵੀ ਸਾਬਤ ਹੋ ਗਿਆ। ਪਰ ਮੈਨੂੰ ਇਹ ਹੈ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਜਿਹੜਾ ਕਰ ਦਿੱਤਾ, ਉਹ ਮੇਰੇ ਐਂਗਲ ਤੋਂ ਮੇਰੀ ਮਨਸ਼ਾ ਦੇ ਖਿਲਾਫ ਹੋ ਗਿਆ। ਕਿਉਂਕਿ ਮੈਂ ਚਾਹੁੰਦਾ ਸੀ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਮਤਲਬ ਬਚੀਆਂ ਰਹਿਣ ਸਿਆਸਤ ਤੋਂ। ਜੇ ਨਹੀਂ ਤੇ ਸਿਆਸਤ ਦੀ ਜਿਹੜੀ ਪਾਟੋ ਤਾੜ ਹੈ, ਜਿੰਨੇ ਰੰਗ ਨੇ ਸਿਆਸਤ ਦੇ, ਉਹਨਾਂ ਵਿੱਚੋਂ ਵੰਡੀਆਂ ਜਾਣਗੀਆਂ। ਜਿਹੜੇ ਸਿੱਖ ਮਤਲਬ ਧਾਮੀ ਸਾਹਿਬ ਭਾਵੇਂ ਬੇਸ਼ੱਕ ਕਲੀਅਰ ਹੈ ਤੇ ਉਹ ਸੁਖਬੀਰ ਨਾਲ ਚੱਲਣਗੇ, ਬਾਦਲਾਂ ਨਾਲ ਚੱਲਣਗੇ, ਜਾਂ ਮਤਲਬ ਬਾਦਲ ਅਕਾਲੀ ਦਲ ਨਾਲ ਚੱਲਣਗੇ। ਦੂਜੇ ਜਿਹੜੇ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਨੇ, ਉਹਨਾਂ ਨਾਲ ਨਹੀਂ ਚੱਲਣਗੇ। ਤੇ ਇਹਦਾ ਮਤਲਬ ਉਹ ਡਿਵੀਜ਼ਨ ਹੋ ਗਈ ਨਾ, ਉਹਨਾਂ ਦੀ ਧੜੇਬੰਦੀ ਹੋ ਗਈ ਨਾ। ਇਹ ਨਹੀਂ ਹੋਣੀ ਚਾਹੀਦੀ ਸੀ। ਹੋਣਾ ਕੀ ਚਾਹੀਦਾ ਸੀ, ਜਦੋਂ ਮਤਲਬ ਇਹਨਾਂ ਨੇ ਕਮੇਟੀ ਬਣਾਈ ਸੀ, ਕਮੇਟੀ ਜਿਹੜੀ ਪਹਿਲਾਂ ਤੇ ਇਸ ਗੱਲ ਤੇ ਡਿਸਕਸ਼ਨ ਹੋਣੀ ਚਾਹੀਦੀ ਸੀ ਕਿ ਇਹ ਜਿਹੜਾ ਮਤਲਬ ਬੇਸ਼ੱਕ ਉਹ ਸਿਆਸਤ ਦੇ ਪੈਰੋਂ ਅੰਦਰ ਗਏ ਨੇ ਸਾਰੇ ਜਿਹੜੇ ਸਿੱਖ ਮਤਲਬ ਹੈਗੇ ਨੇ ਕੈਦੀ, ਸਿਆਸਤ ਦੇ ਪੈਰੋਂ ਗਏ ਹੋਏ ਨਾ, ਉਹ ਅਜੇ ਤੱਕ ਵੀ ਇਹੀ ਸੋਚਦੇ ਨੇ ਵੀ ਸਿਆਸਤ ਦੇ ਪੈਰੋਂ ਗਏ ਤੇ ਸਿਆਸਤ ਹੀ ਸਾਨੂੰ ਕੱਢੂਗੀ ਤੇ ਆ ਕੇ ਸਿਆਸਤ ਹੀ ਕਰਾਂਗੇ। ਇਹ ਨਹੀਂ ਹੋਣਾ। ਮੇਰੇ ਮੁਤਾਬਕ ਉਸ ਵੇਲੇ ਇੱਕ ਧਰਮ ਦੇ ਨਾਂ ਤੇ ਬੜੀ ਵੱਡੀ ਲਹਿਰ ਉੱਠੀ, ਜਿਹਨੂੰ ਸਿਆਸਤਦਾਨਾਂ ਨੇ ਆਪਣੇ ਹੱਥ ਨਾਲ ਵਰਤਿਆ, ਤੇ ਜਿਹੜੀ ਸਮੇਂ ਦੀ ਸਰਕਾਰ ਸੀ ਉਹਨਾਂ ਨੇ ਉਸ ਤੇ ਕਾਨੂੰਨ ਲਾਗੂ ਕਰਤਾ। ਹੁਣ ਕਾਨੂੰਨ ਤੇ ਕਰਦਾ ਦੇਸ਼ ਸਿਰ ਉਹਦਾ ਲਾਗੂ, ਜਿਹੜੀ ਮਤਲਬ ਅੰਡੇਮਾਨ ਜੇਲ੍ਹ ਵਗੈਰਾ ਨੇ ਸਾਰੀਆਂ, ਉਹਨਾਂ ਵਿੱਚ ਜਦੋਂ ਅੰਗਰੇਜ਼ ਜਾਂਦੇ ਸੀ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਧਰੋਹ ਦੇ ਕਾਨੂੰਨ ਹੇਠ ਭੇਜਿਆ ਜਾਂਦਾ ਸੀ। ਤੇ ਦੇਸ਼ ਧਰੋਹ ਦੇ ਕਾਨੂੰਨ ਵਿੱਚ ਇੱਕੋ ਹੀ ਪ੍ਰੋਵੀਜ਼ਨ ਹੈ ਵੀ ਜੇ ਤੁਸੀਂ ਨਿਕਲਣਾ ਹੈ ਬਾਹਰ ਤੇ ਮਾਫੀ ਮੰਗ ਲਓ, ਮਤਲਬ ਯਕੀਨ ਦਵਾਓਗੇ ਤੁਸੀਂ ਦੇਸ਼ ਧਰੋਹੀ ਨਹੀਂ। ਤੇ ਜੇ ਤੁਸੀਂ ਇਹ ਮਾਫੀ ਨਹੀਂ ਮੰਗਦੇ ਤੇ ਫਿਰ ਤੁਸੀਂ ਦੇਸ਼ ਧਰੋਹੀ ਰਹੋਗੇ। ਉਹ ਜੇਲ੍ਹ ਦੇ ਅੰਦਰੋਂ ਨਿਕਲਣਗੇ ਨਹੀਂ। ਜਿਨ੍ਹਾਂ ਨੇ ਮਾਫੀ ਮੰਗੀ ਉਹ ਵੀ ਸਾਨੂੰ ਪਤਾ ਹੈ, ਉਧਰ ਨਹੀਂ ਜਾਂਦੇ, ਉਹ ਆ ਗਏ। ਤੇ ਸਾਡੇ ਵਾਲੇ ਉੱਥੇ ਬਹੁਤ ਸਾਰੇ ਸ਼ਹੀਦ ਹੋ ਗਏ, ਕੋਈ ਉੱਥੇ ਕਿਵੇਂ ਹੋ ਗਿਆ, ਉਹਨਾਂ ਨੇ ਮਾਫੀ ਮੰਗੀ। ਸਿੱਖ ਨੇ ਅੱਜ ਤੱਕ ਮਾਫੀ ਨਹੀਂ ਮੰਗੀ। ਮਾਫੀ ਮੰਗੀ ਨੂੰ ਮੇਰਾ ਮੰਨਦਾ। ਇਸ ਕਰਕੇ ਇਹ ਜਿਹੜੇ ਕੈਦੀ ਅੰਦਰ ਨੇ, ਮਤਲਬ ਸਿੱਖ ਬੰਦੀ ਨੇ, ਜਿਹੜੇ ਸਿੱਖ ਬੰਦੀ ਵੀ ਮਾਫੀ ਨਾ ਮੰਗਣ ਕਰਕੇ ਅੰਦਰ ਨੇ। ਹੁਣ ਉਹ ਜਿਹੜਾ ਕਾਨੂੰਨ ਦੇ ਤੌਰ ਤੇ ਪਹਿਲੀ ਵਾਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਮਤਲਬ ਤੁਹਾਨੂੰ ਇਹ ਅਸੀਂ ਇਹ ਕਹਿੰਦੇ ਹਾਂ ਕਿ ਦੇਸ਼ ਧਰੋਹ ਦੇ ਮਾਮਲੇ ਜਿਹੜਾ ਵੀ ਅੰਦਰ ਹੈ ਉਹਦੀ ਅਸੀਂ ਗੱਲ ਸੁਣਾਂਗੇ, ਸਾਡੇ ਕੋਲ ਆਓ। ਹੁਣ ਉਹਨਾਂ ਕੋਲ ਜਾਣ ਵਾਸਤੇ ਸੁਖਬੀਰ ਬਾਦਲ ਦੀ ਜਿਹੜੀ ਕਮੇਟੀ ਬਣੀ ਹੈ, ਜਾਂ ਇਹ ਕਮੇਟੀ ਜਿਹੜੀ ਹੈ, ਇਹ ਕੀ ਕਰੇਗੀ? ਕਿਹੜਾ ਬੰਦਾ ਉਹਨਾਂ ਤੇ ਲੀਗਲ ਲਿਊਮਨਰੀ ਚਾਹੀਦੇ ਨੇ। ਉਹਨਾਂ 'ਚ ਜਸਟਿਸ ਸੋਢੀ ਚਾਹੀਦਾ, ਉੱਥੇ ਜਸਟਿਸ ਕੁਲਦੀਪ ਸਿੰਘ ਚਾਹੀਦਾ, ਉੱਥੇ ਸਾਡੇ ਕਾਨੂੰਨ ਦੇ ਜਾਣਨ ਵਾਲੇ ਬੰਦੇ, ਵੱਡੇ ਵਕੀਲ ਚਾਹੀਦੇ ਨੇ, ਸਾਡੇ ਕੋਲ ਹੈ ਨੇ। ਮਤਲਬ ਫੂਲਕਾ ਚਾਹੀਦਾ ਉੱਥੇ। ਉਹਨਾਂ ਦੀ ਕਮੇਟੀ ਬਣਦੀ ਤੇ ਉਹ ਕਾਨੂੰਨ ਦੇ ਹਿਸਾਬ ਨਾਲ ਸੁਪਰੀਮ ਕੋਰਟ ਨੂੰ ਕਹਿੰਦੇ ਕਿ ਆਹ ਬੰਦੇ ਜਿਹੜੇ ਨੇ ਇਹਨਾਂ ਦੇ ਦੇਸ਼ ਧਰੋਹੀ ਦਾ ਮਾਮਲਾ ਨੇ, ਦੇਸ਼ ਧਰੋਹੀ ਹੈ ਨਹੀਂ। ਉਹ ਉਹਨਾਂ ਨੂੰ ਦੱਸਦੇ ਕਿ ਤੁਸੀਂ ਸੁਪਰੀਮ ਕੋਰਟ ਨੇ ਆਹ ਫੈਸਲਾ ਕੀਤਾ ਹੈ ਵੀ ਖਾਲਿਸਤਾਨ ਦਾ ਨਾਅਰਾ ਮਾਰਨਾ ਜਿਹੜਾ ਹੈ ਇਹ ਗੈਰ ਕਾਨੂੰਨੀ ਨਹੀਂ ਹੈ, ਦੇਸ਼ ਧਰੋਹੀ ਨਹੀਂ ਹੈ। ਤੇ ਆਹ ਜਿਹੜੇ ਬੰਦੇ ਨੇ ਇਸੇ ਕਰਕੇ ਅੰਦਰ ਗਏ ਨੇ ਨਾ, ਉਹਦੇ ਰਪਟਾਂ ਲਿਖੀਆਂ ਹੋਈਆਂ ਨੇ, ਖਾਲਿਸਤਾਨ ਦੇ ਨਾਂ ਨਾਲ ਜੋੜ ਕੇ ਅੱਗੇ ਅੰਦਰ ਗਏ ਨੇ। ਹੁਣ ਉਸ ਹਾਲਤ ਵਿੱਚ ਮੇਰੇ ਮੁਤਾਬਕ ਇਹ ਕਮੇਟੀ ਜਿਹੜੀ ਹੈ ਇਹ ਇੱਕ ਸਿਆਸਤ ਕਰਨ ਵਾਸਤੇ ਬਣੀ ਹੈ। ਤੇ ਸਿਆਸਤ ਦੀ ਪ੍ਰੋਬਲਮ ਇਹ ਹੈ ਸੁਖਵਿੰਦਰ ਕਿ ਉਹ ਸਮੱਸਿਆ ਨੂੰ ਨਿਪਟਾਉਂਦੀ ਨਹੀਂ, ਸਮੱਸਿਆ ਨੂੰ ਕੈਸ਼ ਕਰਦੀ ਹੈ। ਦਿੱਲੀ ਦੇ ਦੰਗੇ ਹੋਏ, ਉਹਨਾਂ ਨੂੰ ਦੰਗੇ ਕਿਹਾ ਇਹਨਾਂ ਨੇ, ਅਸੀਂ ਉਹਨਾਂ ਨੂੰ ਮਤਲਬ ਕਹਿੰਦੇ ਹਾਂ ਵੀ ਉਹ ਨਸਲ ਘਾਤ ਹੋਇਆ ਸਾਡਾ। ਹੁਣ ਉਹਨਾਂ ਦਿੱਲੀ ਦਾ ਸਿੱਖ ਨਸਲ ਘਾਤ ਜਿਹੜਾ ਹੈ ਉਹਨੂੰ ਹੱਲ ਕਰ ਲਿਆ ਸੀ? ਨਹੀਂ ਕੀਤਾ ਨਾ। ਉਹ ਜਦੋਂ ਜਿੱਥੇ ਆਇਆ ਫੂਲਕਾ ਸਾਹਿਬ ਲੜ ਰਹੇ ਸੀ ਤੇ ਬੀਜੇਪੀ ਨੇ ਉਹਨੂੰ ਕੈਸ਼ ਕਰਨਾ ਸ਼ੁਰੂ ਕਰਤਾ ਕਿ ਅਸੀਂ ਸੱਜਣ ਕੁਮਾਰ ਅੰਦਰ ਕਰਾਵਾਂਗੇ।
ਸੱਜਣ ਕੁਮਾਰ ਨੂੰ ਕਾਨੂੰਨ ਨੇ ਫੇਰ ਬਾਹਰ ਕੱਢਤਾ ਤੇ ਸਾਡਾ ਟਕਰਾਅ ਜਿਹੜਾ ਉਹ ਤੇ ਸਿਆਸਤ ਲੈ ਕੇ ਟਕਰਾ ਰਿਹਾ। ਜਿੰਨੇ ਬੰਦੇ ਉੱਥੇ ਮਰੇ, ਅੱਜ ਮੈਂ ਇਹ ਜ਼ਿੰਮੇਵਾਰੀ ਦਾ ਸਵਾਲ ਕਰਦਾ ਸਿਆਸਤਦਾਨਾਂ ਨੂੰ ਵੀ ਉਹਨਾਂ 'ਚ ਦੱਸਣ ਕਿੰਨੇ % ਸਿਆਸਤਦਾਨ ਸਨ ਜਾਂ ਸਿਆਸਤ ਵਿੱਚ ਹਿੱਸਾ ਲੈਂਦੇ ਸਨ ਜਾਂ ਸਿਆਸਤ ਨੂੰ ਜਾਣਦੇ ਸਨ। ਮੇਰੇ ਮੁਤਾਬਕ ਤੇ ਉਹ ਮਤਲਬ ਉਹਨਾਂ 'ਚ ਇਹ 2% ਵੀ ਨਹੀਂ ਬਣਨਗੇ, 3% ਵੀ ਨਹੀਂ ਬਣਨਗੇ। ਉਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਵੀ ਅਸੀਂ ਅੱਜ ਸਵੇਰੇ ਮਾਰੇ ਜਾਣੇ। ਜਿਹੜਾ ਬੰਦਾ ਟਰੱਕ ਲੈ ਕੇ ਗਿਆ ਉਹਨੂੰ ਇਹ ਪਤਾ ਨਹੀਂ ਵੀ ਵਾਪਸ ਨਹੀਂ ਆਉਣਾ। ਜਿਹੜਾ ਫੌਜੀ ਛੁੱਟੀ ਆ ਰਿਹਾ ਘਰ, ਉਹਨੂੰ ਪਤਾ ਹੀ ਨਹੀਂ ਵੀ ਰਾਹ 'ਚ ਮਾਰਿਆ ਜਾਣਾ। ਹੁਣ ਇਹ ਗੱਲ ਜਿਹੜੀ ਹੈ ਇਹਦੇ ਸਿਆਸਤ ਦਾ ਕੀ ਤਲਕ ਹੈ? ਪਰ ਇੰਦਰਾ ਗਾਂਧੀ ਦਾ ਮਾਰਿਆ ਜਾਣਾ ਮਤਲਬ ਉਹਦਾ ਸਾਰਾ ਕੁਝ ਹੋਣਾ, ਇਹ ਸਾਰਾ ਜਿਹੜਾ ਸਿਆਸੀ ਖੇਡ ਹੋ ਗਈ। ਉਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਕੀਤਾ। ਸਾਡਾ ਹੀ ਅਕਾਲ ਤਖਤ ਆਇਆ ਤੇ ਰਾਜੀਵ ਗਾਂਧੀ ਨੂੰ ਜਿਹੜਾ ਬਹੁਮਤ ਮਿਲਿਆ, ਸਾਰੇ ਹਿੰਦੁਸਤਾਨ ਨੂੰ ਵੋਟਾਂ ਪਾਈਆਂ ਤੇ ਇਹ ਮਤਲਬ ਕਿਉਂਕਿ ਉਹਦਾ ਨੈਸ਼ਨਲਿਜ਼ਮ ਦੀ ਗੱਲ ਕਰਦੇ ਸਨ। ਕਾਂਗਰਸ ਦਾ ਰਾਸ਼ਟਰਵਾਦ ਤੇ ਭਾਜਪਾ ਦਾ ਰਾਸ਼ਟਰਵਾਦ ਇੱਕ ਨਹੀਂ ਹੈ, ਪਰ ਕਾਂਗਰਸ ਦਾ ਰਾਸ਼ਟਰਵਾਦ ਤੇ ਜਿਹੜਾ ਹੈਗਾ ਭਾਜਪਾ ਦਾ ਰਾਸ਼ਟਰਵਾਦ, ਇਹ ਦੋਨੇ ਮਿਨੋਰਿਟੀ ਦੇ ਹੱਕ ਵਿੱਚ ਨਹੀਂ ਹਨ। ਮਿਨੋਰਿਟੀ ਨੂੰ ਮਿੱਧ ਕੇ ਆਪਣੇ ਨਾਲ ਲਾਉਂਦੇ ਨੇ। ਹੁਣ ਮੈਂ ਇਹ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਕਮੇਟੀ ਬਣੀ ਹੈ ਇਹ ਸਿਆਸੀ ਕਮੇਟੀ ਹੈ, ਸਿਆਸੀ ਹੱਲ ਲੱਭਣ, ਪਰ ਉਹਦੇ 'ਚ ਧਾਰਮਿਕ ਜਿਹੜੇ ਮਤਲਬ ਸਾਡਾ ਨੁਕਸਾਨ ਕਰਨਾ ਉਹਨਾਂ ਨੇ, ਜਿਹੜਾ ਇਨਡਾਇਰੈਕਟਲੀ ਫਿਰ ਉਹ ਅਕਾਲੀ ਦਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਸਾਰੇ। ਮੈਂ ਬੜਾ ਖੁਸ਼ ਹੋਵਾਂ ਜੇ ਇਹ ਸਾਰੇ ਇਕੱਠੇ ਹੋ ਜਾਣ, ਮਾਨ ਸਰਨਾ ਇਹ ਸਾਰੇ ਇੱਕ ਅਕਾਲੀ ਦਲ ਹੋ ਜਾਣ, ਮੈਂ ਖੁਸ਼ ਹੋਵਾਂਗਾ। ਪਰ ਇਹ ਹੋਣਗੇ ਹੀ ਨਹੀਂ। ਮੈਨੂੰ ਪੱਕਾ ਯਕੀਨ ਹੈ ਕਿ ਉਹ ਇੱਕ ਦੂਜੇ ਨਾਲ ਬਿਲਕੁਲ ਸਹਿਮਤ ਨਹੀਂ ਹਨ, ਕਿਉਂਕਿ ਸਾਰੇ ਹਾਰ ਗਏ ਨੇ ਤੇ ਹਾਰੇ ਹੋਏ ਇਕੱਠੇ ਹੋ ਕੇ ਸੋਚਦੇ ਨੇ ਵੀ ਮੇਰਾ ਸਿੰਘਾਂ ਨੂੰ ਹੱਥ ਪਾਓ। ਹੁਣ ਜਿਹਦਾ ਸਿੰਘਾਂ ਨੂੰ ਹੱਥ ਪਾਏਗਾ ਉਹ ਆਪਣੀ ਸਿਆਸਤ ਪੰਥ ਉੱਤੇ ਉਹੋ ਜਿਹੀ ਲੜ ਰਹੇਗਾ। ਮੈਂ ਮਿਸਾਲ ਦੇ ਦੇਣਾ ਕਿ ਫਰਜ਼ ਕਰੋ ਮਾਨ ਸਾਹਿਬ ਅੱਗੇ ਆ ਜਾਂਦੇ ਨੇ ਤੇ ਮਾਨ ਸਾਹਿਬ ਤੋਂ ਆਉਣ ਸਾਰੀ ਸ਼੍ਰੋਮਣੀ ਕਮੇਟੀ ਨੂੰ ਕਹਿਣਗੇ ਨਾ ਵੀ 46 'ਚ ਸਾਡਾ ਰੈਜ਼ੋਲੂਸ਼ਨ ਹੋਇਆ ਉਹਨੂੰ ਲਾਗੂ ਕਰੋ, ਪਰ ਉਹ ਰੈਜ਼ੋਲੂਸ਼ਨ ਖਾਲਿਸਤਾਨ ਦਾ ਨਹੀਂ ਹੋਇਆ ਸੀ, ਉਹ ਤੇ ਪਾਕਿਸਤਾਨ ਦੇ ਹਵਾਲੇ ਨਾਲ ਸਿੱਖ ਸਟੇਟ ਦਾ ਹੋਇਆ ਸੀ। ਉਹਦੇ ਤਾਂ ਹੋਇਆ ਸੀ ਵੀ ਉਹ ਬਿਆਸ ਤੱਕ ਆਉਂਦੇ ਸਨ। ਇਹ ਤਾਂ ਹੋਇਆ ਸੀ ਕਿ ਅਸੀਂ ਉਹ ਤੋਂ ਕੜਕੜਾ ਅੰਮ੍ਰਿਤਸਰ ਤੇ ਬਚਾ ਲਈਏ। ਹਾਲਾਂਕਿ ਸਿੱਖ ਤਾਂ ਜਿਹੜੇ ਇਸ ਗੱਲ ਤੇ ਲੜਦੇ ਰਹੇ ਵੀ ਸਾਡੇ ਕਿਉਂਕਿ ਗੁਰਧਾਮ ਉੱਥੇ ਨੇ ਨਨਕਾਣਾ ਸਾਹਿਬ, ਅਸੀਂ ਉਹ ਬਿਲਕੁਲ ਨਹੀਂ ਵੰਡ ਚਾਹੁੰਦੇ, ਵੰਡ ਨਹੀਂ ਹੋਣੀ ਚਾਹੀਦੀ, ਪਰ ਵੰਡ ਹੋ ਗਈ। ਚਲ ਇੱਕ ਅੱਡ ਮਸਲਾ ਹੈ ਉਹ ਕਿ ਵੰਡ ਹੋ ਗਈ, ਕਿੰਨੇ ਕਰਵਾਈ ਕਿੰਨੇ ਨਾ ਕਰਵਾਈ, ਸਿੱਖਾਂ ਨੇ ਕਦੇ ਨਹੀਂ ਚਾਹਿਆ ਮਤਲਬ ਅਜੇ ਤੱਕ। ਹੁਣ ਸਵਾਲ ਹੈ ਕਿ ਉਹਦੇ ਵਿੱਚ ਸਿਆਸਤ ਜਿਹੜੀ ਹੈ ਉਹਨੇ ਲਗਾਤਾਰ ਸਾਡਾ ਨੁਕਸਾਨ ਕੀਤਾ ਤੇ ਉਹ ਜਿਹੜਾ ਸਿਆਸਤਦਾਨਾਂ ਤੋਂ ਹੱਥੋਂ ਨੁਕਸਾਨ ਪਿਛਲੇ 84 ਤੋਂ ਬਾਅਦ ਹੋਇਆ ਉਹਦੀ ਕੋਈ ਕੀਮਤ ਨਹੀਂ ਹੈ, ਕਿਉਂਕਿ ਅਸੀਂ ਮਰੇ ਹੀ ਮਰੇ ਹਾਂ, ਨੁਕਸਾਨ ਹੀ ਨੁਕਸਾਨ ਹੋਇਆ ਹੈ। ਹੁਣ ਅਸੀਂ ਦੁਨੀਆ ਵਿੱਚ ਅਪੜ ਗਏ ਹਾਂ ਤੇ ਸਾਨੂੰ ਇਹ ਪਤਾ ਹੈ ਕਿ ਅਸੀਂ ਸਿਆਸਤ ਦੇ ਆਸਰੇ ਨਹੀਂ ਚੱਲ ਸਕਦੇ। ਮੈਂ ਤੇ ਇਹ ਵੀ ਕਹਿਣਾ ਕਿ ਅੱਜ ਸਿੱਖ ਫੈਸਲਾ ਕਰਨ ਕਿ ਸਿਆਸਤ ਕਹਿੰਦੀ ਹੈ ਕਿ ਉਹ ਸਿੱਖਾਂ ਕਰਕੇ ਬਚੇ ਹੋਏ ਨੇ। ਮੈਂ ਕਹਿਣਾ ਸਿੱਖ ਗੁਰੂ ਗ੍ਰੰਥ ਸਾਹਿਬ ਕਰਕੇ ਬਚੇ ਹੋਏ ਨੇ, ਸਿੱਖ ਗੁਰਦੁਆਰੇ ਕਰਕੇ ਬਚੇ ਹੋਏ ਨੇ, ਸਿੱਖ ਅਕਾਲ ਤਖਤ ਕਰਕੇ ਬਚੇ ਹੋਏ ਨੇ, ਕਿਉਂਕਿ ਉਹਨਾਂ ਦੀ ਡਿਸਟਿੰਕਸ਼ਨ ਹੈ। ਵਰਲਡ ਓਵਰ ਜਿੱਥੇ ਜਾਂਦਾ ਸਿੱਖ ਉਹ ਆਪਣੇ ਨਾਲ ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂਦਾ ਉਹ ਤੇ ਗੁਰਦੁਆਰਾ ਚਾਹੀਦਾ। ਦੁਨੀਆ ਭਰ ਵਿੱਚ ਅਸੀਂ ਫੈਲ ਗਏ ਹਾਂ, ਦੁਨੀਆ ਭਰ ਦੇ ਸਾਡੇ ਇੰਸਟੀਟਿਊਸ਼ਨ ਨੇ। ਜੇ ਸਿਆਸਤ ਜਿਹੜੀ ਇਹ ਕਰ ਰਹੇ ਨੇ ਅਕਾਲੀ ਦਲ ਵਾਲੇ, ਅਕਾਲੀ ਸਿਆਸਤ ਜਿਹੜੀ ਹੈ, ਸਿੱਖ ਸਿਆਸਤਦਾਨ ਜਿਹੜੇ ਇੱਥੇ ਦੇ ਨੇ, ਮੈਨੂੰ ਉਹ ਦੱਸਣ ਕਿ ਉਹ ਅੰਬਾਲੇ ਤੋਂ ਪਰਾਂ ਕਿਹਦਾ ਭਲਾ ਕਰ ਸਕਦੇ ਨੇ। ਸਰਨਾ ਉਹਨਾਂ ਦਾ ਸ਼ਾਮਲ ਹੋਇਆ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਸਿਆਸਤ ਸੁਖਬੀਰ ਦੀ ਪੰਜਾਬ ਵਿੱਚ ਹੈ ਉਹ ਦਿੱਲੀ ਵਿੱਚ ਤਾਂ ਤੁਹਾਡੀ ਉਸ ਤਰ੍ਹਾਂ ਦੀ ਹੈ ਨਹੀਂ। ਦਿੱਲੀ ਵਿੱਚ ਅਕਾਲੀ ਦਲ ਨੂੰ ਬਾਹਰ ਕੱਢਤਾ ਉਹਨਾਂ ਨੇ, ਉਹਨਾਂ ਦੇ ਜਿੱਤੇ ਹੋਏ ਬੰਦਿਆਂ ਨੇ, ਉਹਨਾਂ ਵੱਲੋਂ ਲੜੇ ਹੋਏ ਬੰਦਿਆਂ ਨੇ ਉਹਨਾਂ ਨੇ ਬਾਹਰ ਕੱਢਤਾ। ਉਹਨਾਂ ਨੂੰ ਉੱਥੇ ਕੋਈ ਵੀ ਪੁੱਛਦਾ। ਹੁਣ ਉਹ ਮਤਲਬ ਦਫ਼ਤਰ ਤੇ ਕਬਜ਼ਾ ਕਰਦੇ ਫਿਰਦੇ ਨੇ, ਕਬਜ਼ੇ ਵੀ ਧਾਮੀ ਸਾਹਿਬ ਦੇ ਥਰੂ ਕਰਦੇ ਫਿਰਦੇ ਨੇ। ਮੈਂ ਇਹ ਕਹਿਣਾ ਕਿ ਇਸ ਵੇਲੇ ਅਸੀਂ ਇਸ ਸਥਿਤੀ ਵਿੱਚ ਹਾਂ ਕਿ ਆਪਾਂ ਸੋਚੀਏ, ਇਹ ਡਿਬੇਟ ਹੋਵੇ, ਲੋਕ ਇਹ ਸੋਚਣ ਕਿ ਅਸੀਂ ਕਿੱਥੇ ਸਿਆਸਤ ਦੀ ਲਕੀਰ ਕਿੱਥੇ ਖਿੱਚਣੀ ਹੈ ਤੇ ਧਰਮ ਨੂੰ ਕਿਵੇਂ ਮਤਲਬ ਉਹਦੀ ਲਕੀਰ ਜਿਹੜੀ ਹੈ ਉਹਦੀ ਲਕੀਰ ਦੇ ਉੱਤੋਂ ਦੀ ਸਿਆਸਤ ਲਕੀਰ ਕਿਵੇਂ ਨਹੀਂ ਟੱਪਣ ਦੇਣੀ। ਇਹ ਜਿਹੜੀ ਗੱਲ ਹੈ ਇਹਦੇ ਬਾਰੇ ਤਾਂ ਕੋਈ ਸੋਚ ਨਹੀਂ ਰਿਹਾ। ਹਾਂ, ਤੁਸੀਂ ਸਵਾਲ ਕਰਨ ਲੱਗੇ। ਪ੍ਰੋਫੈਸਰ ਮੈਂ ਜਿਵੇਂ ਗੱਲ ਕੀਤੀ
ਬੀਜੇਪੀ ਚਾਹੁੰਦੀ ਹੈ ਕਿ ਅਸੀਂ ਸਿੱਖਾਂ ਨੂੰ ਨੇੜੇ ਲਾਈਏ ਹਮ, ਤੇ ਕੀ ਸਿੱਖ ਨਹੀਂ ਚਾਹੁੰਦੇ ਕਿ ਅਸੀਂ ਬੀਜੇਪੀ ਦੇ ਨੇੜੇ ਲੱਗੀਏ? ਉਹ ਸਿੱਖ ਜਿਹੜੇ ਚਲੋ ਕਹਿ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਕੋਈ ਨਾ ਕੋਈ ਸਿਆਸੀ ਮਫਾਦ ਵੀ ਭਾਲਦੇ ਨੇ, ਪਰ ਜੇਕਰ ਸਿੱਖਾਂ ਦੇ ਮਸਲੇ ਹੱਲ ਹੋਣ, ਮੈਂ ਇਹ ਸਵਾਲ ਕਈ ਵਾਰੀ ਕਰ ਚੁੱਕਿਆ, ਹੁਣ ਜਦੋਂ ਬੰਦੀ ਸਿੱਖਾਂ ਦੀ ਗੱਲ ਆ ਤਾਂ ਬੀਜੇਪੀ ਹੋਰ ਮਸਲਿਆਂ ਤੇ ਤਾਂ ਮੂੰਹ ਖੋਲ ਕੇ ਕਹਿ ਦਿੰਦੀ ਹੈ ਕਿ ਅਸੀਂ ਸਿੱਖਾਂ ਦੇ ਆ ਮਸਲੇ ਹੱਲ ਕਰਤੇ, 84 ਚ ਦੇ ਮੈਟਰ ਚ ਸੱਜਣ ਕੁਮਾਰ ਨੂੰ ਅੰਦਰ ਕਰਾ ਦਿੱਤਾ, ਇਹ ਵੀ ਕ੍ਰੈਡਿਟ ਲੈ ਜਾਂਦੇ ਨੇ। ਪਰ ਇਸ ਮਸਲੇ ਉੱਤੇ ਚੁੱਪ ਬੱਟੀ ਬੈਠੇ ਨੇ, ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ, ਇਹ ਕਿੰਨਾ ਕੁ ਜ਼ਰੂਰੀ ਹੈ ਸਿੱਖ ਪੰਥ ਲਈ? ਤੇ ਦੂਜੀ ਗੱਲ ਇਹ ਕਿ ਬੀਜੇਪੀ ਦੇ ਲਈ ਇਹ ਅਹਿਮੀਅਤ ਕਿਉਂ ਨਹੀਂ ਹੈ ਇਸ ਮਸਲੇ ਦੀ? ਦੇਖੋ, ਜਿਹੜੇ ਬੰਦੀ ਸਿੱਖ ਨੇ ਨਾ, ਉਹ ਤੇ ਇੱਕ ਮਸਲਾ ਹੋ ਗਏ ਨੇ ਜਿਹਨੂੰ ਕੈਸ਼ ਕਰਨਾ ਚਾਹੁੰਦੇ ਨੇ ਕਾਂਗਰਸੀ, ਜਿਹਨੂੰ ਕੈਸ਼ ਕਰਨਾ ਚਾਹੁੰਦੀ ਹੈ ਆਪ, ਜਿਹਨੂੰ ਕੈਸ਼ ਕਰਨਾ ਚਾਹੁੰਦੀ ਹੈ ਬੀਜੇਪੀ, ਜਿਹਨੂੰ ਕੈਸ਼ ਕਰਨਾ ਚਾਹੁੰਦੇ ਅਕਾਲੀ ਪੋਲੀਟਿਕਸ। ਹੁਣ ਇਹ ਸਾਰੇ ਕੈਸ਼ ਕਰਨਾ ਚਾਹੁੰਦੇ ਨੇ। ਮੈਨੂੰ ਇਹ ਬੜਾ ਦੁੱਖ ਹੁੰਦਾ ਇਸ ਗੱਲ ਦਾ ਵੀ ਜਿਹੜੇ ਬੰਦੇ, ਉਹਨਾਂ ਨੇ ਮਤਲਬ ਇੱਕ ਚਲੋ ਐਕਸ਼ਨ ਹੋ ਗਿਆ, ਉਹਨਾਂ ਤੇ ਐਲੀਗੇਸ਼ਨ ਲੱਗ ਗਿਆ, ਮਤਲਬ FIR ਦਰਜ ਹੋ ਗਈ, ਉਹ ਅੰਦਰ ਹੋ ਗਏ, ਅੰਦਰ ਹੋ ਕੇ ਉਹਨਾਂ ਨੂੰ ਸਜ਼ਾ ਵੀ ਹੋਈ ਤੇ ਉਹਨਾਂ ਨੇ ਉਹਨੀ ਸਜ਼ਾ ਭੁਗਤ ਲਈ, ਪਰ ਉਸ ਤੋਂ ਬਾਅਦ ਉਹਨਾਂ ਦੇ ਟਾਡਾ ਲਗਾਤਾਰ ਲੱਗਿਆ ਹੋਇਆ ਹੈ। ਹੁਣ ਤੇ ਮਾਮਲਾ ਇਹ ਹੈ ਕਿ ਜਦੋਂ ਟਾਡਾ ਜਿਹੜੀ ਇਸ ਵੇਲੇ ਟਾਡਾ ਦੇ ਨੂੰ ਬੀਜੇਪੀ ਰੋਕ ਰਹੀ ਹੈ ਨਾ, ਟਾਡਾ ਦੇ ਸਾਰੇ ਖਿਲਾਫ ਨੇ, ਕਿਉਂਕਿ ਟਾਡਾ ਜਿਹੜਾ ਹੈ ਉਹ ਸਰਕਾਰੀ ਵਿਰੋਧੀਆਂ ਦੇ ਖਿਲਾਫ ਲੱਗਦਾ ਹੈ, ਸਰਕਾਰ ਨੂੰ ਫਾਇਦਾ ਹੁੰਦਾ ਹੈ। ਸਰਕਾਰ ਬੀਜੇਪੀ ਜਿਹੜੀ ਹੈ ਸੁਪਰੀਮ ਕੋਰਟ ਖੜ ਗਈ ਹੈ ਵਿੱਚ, ਉਹਨਾਂ ਨੇ ਉਹਦੇ ਰੋਕ ਲਾ ਦਿੱਤੀ ਹੈ ਕਿ ਅੱਜ ਤੋਂ ਬਾਅਦ ਕੋਈ ਟਾਡਾ ਦੇ ਤਹਿਤ ਮੁਕੱਦਮਾ ਨਹੀਂ ਹੋਊਗਾ। ਇਹਦਾ ਮਤਲਬ ਉਹਨਾਂ ਸਟੇਟਸ ਕੋ ਕਰਤਾ, ਜਿਹੜੇ ਉਸ ਤੋਂ ਪਹਿਲਾਂ ਹੋਏ ਨੇ ਤੇ ਅਸੀਂ ਓਪਨ ਕਰ ਰਹੇ ਹਾਂ ਨਾ। ਸੁਪਰੀਮ ਕੋਰਟ ਕੋਲੇ ਸਵਾਲ ਲੈ ਕੇ ਜਾਵਾਂਗੇ ਤੇ ਸਾਨੂੰ ਮਤਲਬ ਹੈਲਪ ਮਿਲੇਗੀ ਨਾ। ਸੁਪਰੀਮ ਕੋਰਟ ਕੋਲੇ ਸਵਾਲ ਜੇ ਮਤਲਬ ਕੁਲਦੀਪ ਸਿੰਘ ਜੱਜ ਸਾਹਿਬ ਲੈ ਕੇ ਜਾਣ ਤੇ ਉਹ ਜੱਜ ਜਿਹੜਾ ਬੈਠਾ ਹੈ ਸੁਣੇਗਾ ਧਿਆਨ ਨਾਲ, ਕਿਉਂਕਿ ਉਹਨਾਂ ਨੂੰ ਕਾਨੂੰਨ ਦਾ ਵੀ ਪਤਾ ਹੈ ਤੇ ਆਪਣੇ ਸਿੱਖ ਵੀ ਨੇ ਉਹ। ਉੱਥੇ ਜੇ ਜਸਟਿਸ ਸੋਢੀ ਲੈ ਕੇ ਜਾਣ ਇਹ ਉਹ ਸੁਣੇਗਾ, ਫੂਲਕਾ ਲੈ ਕੇ ਜਾਏ ਉਹ ਸੁਣਿਆ ਜਾਏਗਾ। ਪਰ ਜੇ ਉੱਥੇ ਫਰਜ਼ ਕਰੋ ਮਤਲਬ ਸਰਨਾ ਸਾਹਿਬ ਜਾ ਕੇ ਖੜ ਜਾਂਦੇ ਨੇ, ਜਾਂ ਉੱਥੇ ਜਾ ਕੇ ਦਾਦੂਵਾਲ ਖੜ ਜਾਂਦਾ ਹੈ, ਤੇ ਉਹਨਾਂ ਦੀ ਕੌਣ ਸੁਣੇਗਾ? ਉਹ ਤਾਂ ਕਹਿਣਗੇ ਜੀ ਸਾਡੇ ਬੰਦੇ ਛੱਡੋ। ਇਹ ਗੱਲ ਉਹ ਸਿਆਸਤਦਾਨ ਨੂੰ ਤਾਂ ਕਹਿ ਸਕਦੇ ਨੇ, ਸਿਆਸਤਦਾਨ ਨਾਲ ਸਮਝੌਤਾ ਹੋ ਸਕਦਾ ਹੈ। ਉਹ ਕਹਿ ਸਕਦੇ ਨੇ ਕਿ ਬਈ ਮੋਦੀ ਸਾਹਿਬ ਤੁਸੀਂ ਇਹਨਾਂ ਨੂੰ ਛੱਡ ਦਿਓ, ਸਾਡੇ ਪੈਰ ਜੇ ਲੱਗ ਗਏ ਤੇ ਤੁਹਾਡੇ ਪੈਰ ਪੰਜਾਬ 'ਚ ਅਸੀਂ ਆਪੇ ਹੀ ਲਵਾ ਲਾਂਗੇ। ਜਦੋਂ ਇਹ ਗੱਲ ਆਏਗੀ ਸਾਹਮਣੇ ਤੇ ਉਹਨੂੰ ਮਤਲਬ ਜਿਹੜੇ ਇਸ ਵੇਲੇ 92 ਜਿੱਤੇ ਹੋਏ ਨੇ ਉਹ ਅਪੋਜ਼ ਕਰਨਗੇ। ਜਿਹੜਾ ਬੇਅੰਤ ਦੇ ਪੁੱਤਰ ਹੈ ਬਿੱਟੂ ਦਾ ਆ ਹੀ ਗਿਆ ਬਿਆਨ ਵੀ ਜੇ ਤੁਸੀਂ ਇਹ ਕਰੋਗੇ ਤੇ ਅਸੀਂ ਆਹ ਕਰਾਂਗੇ। ਹੁਣ ਇਹ ਕਰੋਗੇ ਤੇ ਆਹ ਕਰਾਂਗੇ, ਬੰਦੀ ਸਿੱਖਾਂ ਨਾਲ ਕੀ ਤਾਲੁਕ ਹੈ? ਬੰਦੀ ਸਿੱਖਾਂ ਵਿੱਚ ਤਾਂ ਕੋਈ ਸਾਨੂੰ ਹੁਣ ਗਿਣਤੀ ਨਹੀਂ ਪਤਾ ਉਹਨਾਂ ਦੀ, ਮੈਨੂੰ ਤਾਂ ਕੋਈ ਗਿਣਤੀ ਨਹੀਂ ਪਤਾ, ਪਰ ਇੱਕ ਅਸੂਲ ਦੇ ਤੌਰ ਤੇ ਸਾਡੇ ਕੋਲ ਉਹ ਬੰਦੀ ਸਿੱਖ ਹਨ। ਇਹ ਮਸਲਾ ਜਿਹੜਾ ਹੈ ਉਹ ਅੰਦਰ ਬੈਠੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ, ਬੈਠੇ ਨੇ ਬਸ ਅੰਦਰ ਹੀ ਬੈਠੇ ਨੇ ਨਾ। ਉਹਦੇ ਵਿੱਚ ਭੁੱਲਰ ਸਾਹਿਬ ਦੇ ਅਸੀਂ ਚਲਾਨ ਉਹਦੀ ਫਿਜ਼ੀਕਲੀ ਹਾਲਤ ਕੀ ਹੋ ਗਈ ਹੈ? ਅੰਦਰ ਬੈਠ ਕਰਕੇ ਹੋਈ ਹੈ ਨਾ। ਬਾਕੀਆਂ ਦਾ ਸਾਨੂੰ ਪਤਾ ਨਹੀਂ, ਉਹਨਾਂ ਨੂੰ ਪਤਾ ਕਰਾਂਗੇ ਤਾਂ ਉਹਨਾਂ 'ਚ ਵੀ ਬਹੁਤ ਫਿਜ਼ੀਕਲੀ ਰੈਕ ਹੋ ਗਏ ਹੋਣਗੇ। ਅਸੀਂ ਜਿਹੜੀ ਗੱਲ ਅਸਲ ਹੈ ਉਸ ਪਾਸੇ ਨਹੀਂ ਤੁਰੇ। ਇਹ ਮਾਮਲਾ ਕਾਨੂੰਨੀ ਹੈ, ਇਸ ਮਾਮਲੇ ਨੂੰ ਸਿਆਸੀ ਢੰਗ ਨਾਲ ਲੜਨ ਦਾ ਪੈਂਤੜਾ ਅਕਾਲੀ ਸਿਆਸਤਦਾਨ ਲੈ ਰਹੇ ਨੇ, ਲੈ ਲੈਣ ਕੋਈ ਅਰਥ ਨਹੀਂ, ਪਰ ਉਹ ਪੈਰਲਲ ਲੜਾਈ ਉਹ ਵੀ ਚੱਲੀ ਜਾਏ। SGPC ਨੂੰ ਇਹ ਕਰਨਾ ਚਾਹੀਦਾ ਸੀ ਕਿ ਉਹ ਸਿਆਸੀ ਪੈਂਤੜੇ ਦੇ ਵਿਚਕਾਰ ਅਤੇ ਕਾਨੂੰਨੀ ਪੈਂਤੜੇ ਦੇ ਵਿਚਕਾਰ ਆਪਣਾ ਪਲੇਟਫਾਰਮ ਮੁਹੱਈਆ ਕਰਦੀ, ਇਹਨਾਂ ਨੂੰ ਤੇ ਕਰਵਾ ਦਿੱਤਾ ਹੈ। ਹੁਣ ਵੀ ਮਤਲਬ ਧਾਮੀ ਸਾਹਿਬ ਬਹੁਤ ਵਧੀਆ ਆਦਮੀ ਨੇ, ਧਾਮੀ ਸਾਹਿਬ ਨੂੰ ਮੈਂ ਅਪੀਲ ਕਰੂੰਗਾ ਕਿ ਹੁਣ ਵੀ ਇੱਕ ਕਾਨੂੰਨੀ ਮਤਲਬ ਕਮੇਟੀ ਬਣਾ ਦੇਣ। 3 ਬੰਦੇ ਤਾਂ ਮੈਂ ਕਹਿ ਰਿਹਾ ਕਿ ਜਸਟਿਸ ਸੋਢੀ, ਜਸਟਿਸ ਕੁਲਦੀਪ ਸਿੰਘ ਤੇ ਆਪਣਾ ਫੂਲਕਾ ਸਾਹਿਬ, ਇਹਨਾਂ ਨੂੰ ਬਣਾ ਦਿਓ। ਇਹ ਬੰਦੇ, ਇਹਨਾਂ ਦੇ ਕੋਈ, ਸਾਨੂੰ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਕਿਸੇ ਸਿੱਖ ਨੂੰ ਕੋਈ ਇਤਰਾਜ਼ ਨਹੀਂ। ਇਹਨਾਂ ਤਿੰਨਾਂ ਨੂੰ ਕੋਈ ਨਹੀਂ ਕਹਿ ਸਕਦਾ ਵੀ ਇਹ ਕੱਲ ਨੂੰ ਕੋਈ ਫਾਇਦਾ ਲੈ ਲੈਣਗੇ, ਕਿਉਂਕਿ ਉਹਨਾਂ ਦੀ ਮਤਲਬ ਪੋਜੀਸ਼ਨ ਹੀ ਐਡੀ ਵੱਡੀ ਹੈ। ਉਹ ਇੰਨੀ ਵੱਡੀ ਪੋਜੀਸ਼ਨ ਤੋਂ ਮਤਲਬ ਕਿਆ ਕਰ, ਹੁਣ ਇਹ ਗੱਲ ਅਸੀਂ ਨਹੀਂ ਕਰ ਰਹੇ ਨਾ, ਅਸੀਂ ਇਹ ਕਰ ਰਹੇ ਹਾਂ ਵੀ ਨਾ ਆ ਅਸੀਂ ਅਕਾਲੀ ਸਿਆਸਤ ਇਕੱਠੇ ਹੋ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਛਡਾਵਾਂਗੇ, ਤੁਸੀਂ ਸਾਡੇ ਨਾਲ ਖੜੋ। ਹੁਣ ਜਿਹੜੇ ਮਤਲਬ ਧਰਮ ਸੰਕਟ ਇਹ ਹੋ ਗਿਆ ਤੇਰੇ ਤੇ ਮੇਰੇ ਵਾਸਤੇ ਵੀ ਅਸੀਂ ਤੇ ਮਤਲਬ ਨਾ ਮੈਂ, ਨਾ ਤੁਸੀਂ, ਨਾ ਮੇਰੇ ਵਰਗੇ ਸਾਰੇ ਬੰਦੀ ਸਿੱਖਾਂ ਦੇ ਖਿਲਾਫ ਕੋਈ ਹੈ ਨਹੀਂ, ਪਰ ਇਹਦਾ ਮਤਲਬ ਇਹ ਤੇ ਕਦੀ ਨਹੀਂ ਨਾ ਹੋ ਸਕਦਾ ਵੀ ਤੁਸੀਂ ਮਤਲਬ ਜਿਹੜੇ ਅਕਾਲੀ ਸਿੱਖ ਸਿਆਸਤਦਾਨ ਨੇ ਉਹਨਾਂ ਦੇ ਵੀ ਨਾਲ ਹੋ। ਤੇ ਨਾਲੇ ਉਹਦੇ ਕਿਹਦੇ ਨਾਲ? ਸੁਖਵੀਰ ਨਾਲ ਹੋਈਏ, ਮਾਨ ਨਾਲ ਹੋਈਏ ਕਿ ਸਰਨੇ ਉਹਨਾਂ ਨਾਲ ਹੋਈਏ, ਕਿਹਦੇ ਨਾਲ ਹੋਈਏ?
ਪਤਾ ਹੀ ਨਹੀਂ। ਜੇ ਉਹ ਧਾਰਮਿਕ ਜਿਹੜਾ ਐਂਗਲ ਲੀਗਲ ਐਂਗਲ ਆਉਂਦਾ ਤੇ ਸਿਆਸੀ ਸਿਆਸਤਦਾਨ ਦੇ ਤੌਰ ਲੜਦੇ, ਧਾਰਮਿਕ ਤੌਰ ਤੇ ਲੜਦੇ, ਤੇ ਸਿੱਖ ਇੰਸਟੀਟਿਊਸ਼ਨ ਜਿਹੜਾ ਨਿਊਟਰਲ ਰਹਿੰਦਾ। ਪਰ ਸਿੱਖ ਇੰਸਟੀਟਿਊਸ਼ਨ ਤੇ ਡੇ 1 ਤੋਂ ਮਤਲਬ ਜਿਹੜਾ ਇਸ ਗੱਲ ਤੇ ਲੱਗਿਆ ਹੋਇਆ ਕਿ ਅਸੀਂ ਤੇ ਮਤਲਬ ਅਕਾਲੀ ਦਲ ਜਿਹੜਾ ਬਾਦਲ ਹੈ ਉਹਨੂੰ ਬਹਾਲ ਕਰਨਾ ਹੈ। ਪ੍ਰੋਫੈਸਰ ਸਾਹਿਬ, ਇੱਕ ਸਵਾਲ ਇੱਥੇ ਹੋਰ ਖੜਾ ਹੁੰਦਾ ਜਦੋਂ ਕਿਹਾ ਜਾਂਦਾ ਹੈ ਕਿ ਜੇ ਜਗਤਾਰ ਸਿੰਘ ਹਵਾਰਾ ਜਾਂ ਬਲਵੰਤ ਸਿੰਘ ਰਾਜੂਆਣਾ ਵਰਗੇ ਇਹ ਬਾਹਰ ਆਉਂਦੇ ਨੇ ਤਾਂ ਇਹਨਾਂ ਦੇ ਆਉਣ ਦੇ ਨਾਲ ਇੱਕ ਵਾਰ ਫਿਰ ਖਾਲਿਸਤਾਨ ਦੀ ਮੂਵਮੈਂਟ ਨੂੰ ਕਿਤੇ ਬਲ ਮਿਲਦਾ, ਤਾਕਤ ਮਿਲਦੀ ਹੈ। ਇਸ ਲਈ ਰਵਨੀਤ ਬਿੱਟੂ ਵੀ ਵਿਰੋਧ ਕਰ ਰਹੇ ਨੇ। ਮੈਂ ਉਹਨਾਂ ਦਾ ਸਵਾਲ ਮੈਂ ਅਖੀਰ ਦੇ ਵਿੱਚ ਕਰਾਂਗਾ, ਪਰ ਸਵਾਲ ਇੱਥੇ ਆ ਕਿ ਕੀ ਅੱਜ ਵੀ ਖਾਲਿਸਤਾਨ ਦੀ ਚਿਣਗ ਪੰਜਾਬ ਦੇ ਅੰਦਰ ਹੈਗੀ ਆ? ਮੇਰੇ ਮੁਤਾਬਕ ਨਾ ਪਹਿਲਾਂ ਸੀ ਨਾ ਹੁਣ ਹੈ। ਪਹਿਲਾਂ ਦੀ ਕੀਮਤ ਅਸੀਂ ਚੁਕਾ ਚੁੱਕੇ ਹਾਂ। ਅਸੀਂ ਆਲਮੀ ਸ਼ਹਿਰੀ ਹੋ ਗਏ ਹਾਂ। ਇਹ ਜਿਹੜਾ ਖਿੱਤਾ ਪੋਲਿਟਿਕਸ ਹੈ ਨਾ, ਇਹ ਖਾਲਿਸਤਾਨ ਤੇ ਖਿੱਤਾ ਪੋਲਿਟਿਕਸ ਹੈ ਨਾ, ਖਿੱਤਾ ਪੋਲਿਟਿਕਸ ਤੋਂ ਸਿੱਖਾਂ ਨੂੰ ਉੱਪਰ ਉੱਠਣਾ ਚਾਹੀਦਾ ਹੈ। ਨਹੀਂ ਤੇ ਮਤਲਬ ਮੈਂ ਤੇ ਮਤਲਬ ਵਾਰ-ਵਾਰ ਕਹਿ ਰਿਹਾ, ਇੱਕ ਵਾਰ ਨਹੀਂ ਕਿਹਾ, ਕਈ ਵਾਰ ਕਿਹਾ, ਤੇ ਅੱਜ ਫੇਰ ਰਿਪੀਟ ਕਰ ਦੇਣਾ ਵੀ ਹਿੰਦੁਸਤਾਨ ਦੇ ਵਿਧਾਨ ਦੇ ਅੰਤਰਗਤ ਜਿਹੋ ਜਿਹਾ ਖਾਲਿਸਤਾਨ ਮਤਲਬ ਬਣ ਸਕਦਾ ਹੈ ਉਹ ਪੰਜਾਬੀ ਸੂਬੇ ਦੇ ਰੂਪ ਵਿੱਚ ਬਣ ਗਿਆ ਹੋਇਆ ਹੈ। ਇਹਨੂੰ ਸੰਭਾਲ ਲਓ। ਜਿੱਥੇ ਸਾਨੂੰ ਉਹ ਮੌਕਾ ਦਿੱਤਾ ਗਿਆ ਖਿੱਤਾ, ਜਿੱਥੇ ਸਾਡੀ ਬੋਲਬਾਲਾ ਹੋਣਾ ਸੀ, ਉੱਥੇ ਸਾਡੀ ਸਰਕਾਰ ਰਹੀ, ਤੇ ਸਰਕਾਰ ਦੇ ਦੌਰਾਨ ਹੀ ਸਾਡਾ ਸਭ ਤੋਂ ਵੱਧ ਨੁਕਸਾਨ ਹੋਇਆ। ਇਸ ਵੇਲੇ ਉਹਨਾਂ ਮਤਲਬ ਜਿਹੜੀ ਅਕਾਲੀ ਦਲ ਦੀ ਰਿਜੈਕਸ਼ਨ ਹੈ, ਜਿਹੜੇ ਉਹਨਾਂ 3 ਸੀਟਾਂ ਤੱਕ ਉਹਨਾਂ ਨੂੰ ਸੀਮਿਤ ਕਰਤਾ ਹੈ, ਉਹਦਾ ਕਾਰਨ ਤੇ ਇਹੀ ਹੈ ਨਾ ਵੀ ਉਹ ਲੋਕਾਂ ਨੂੰ, ਸਿੱਖਾਂ ਨੂੰ ਨਾਲ ਨਹੀਂ ਰੱਖ ਸਕੇ। ਸਾਡੀਆਂ ਸਿੱਖਾਂ ਦੀਆਂ ਵੋਟਾਂ ਨਾਲ ਹੀ ਤੇ 92 ਜਿੱਤੇ ਨੇ ਨਾ। ਫਿਰ ਇਹਦਾ ਮਤਲਬ ਹੋਇਆ ਕਿ ਅਸੀਂ ਜਿਹੜੀ ਗੱਲ ਚਾਹੁੰਦੇ ਸੀਗੇ, ਖਾਲਿਸਤਾਨ ਚਾਹੁੰਦੇ ਸੀ, ਉਹਨੂੰ ਚਲਾਉਣਾ ਕਿਤੇ ਆਹ ਨੇ ਚਲਾ ਕੇ ਦੇਖ ਲਓ। ਅਸੀਂ ਅਜੇ ਤੱਕ ਮੈਂ ਸਮਝ ਆਏ ਹਾਂ ਕਿ ਖਾਲਿਸਤਾਨੀ ਪੋਲਿਟਿਕਸ, ਨਾਲੇ ਕਿਹੜਾ ਖਾਲਿਸਤਾਨ? ਮਾਨ ਸਾਹਿਬ ਵਾਲਾ ਖਾਲਿਸਤਾਨ ਜਾਂ ਮਤਲਬ ਉਸ ਪੰਨੂ ਵਾਲਾ ਖਾਲਿਸਤਾਨ ਜਿਹੜਾ ਬਾਹਰ ਚੱਲਿਆ ਕੱਲ, ਸਿੰਗਲ ਮਾਈਂਡ ਡਿਪਾਰਟਮੈਂਟ ਤੇ ਪੈਸੇ ਦੇ ਕੇ ਮਤਲਬ ਝੰਡੇ ਲਵਾ ਦਿਓ ਤੇ ਬੰਦਿਆਂ ਨੂੰ ਕੁੜਵਾ ਦਿਓ। ਮੈਂ ਜਿਹੜੇ ਮੁੰਡੇ ਇਸ ਵੇਲੇ ਕਿਸੇ ਕੋਲੋਂ ਮਤਲਬ ਮੈਂ ਇਹ ਦੋਨੇ ਗੱਲਾਂ ਨੇ, ਇੱਕ ਐਂਗਲ ਤੋਂ ਬਹਾਨਾ ਲੈ ਕੇ ਕੁੱਟੇ ਜਾ ਰਹੇ ਨੇ ਉਹ, ਇੱਕ ਐਂਗਲ ਤੋਂ ਉਹ ਕੁੱਟ ਖਾਣ ਵਾਸਤੇ ਆਪ ਵਲੰਟੀਅਰ ਕਰ ਰਹੇ ਨੇ। ਇਹ ਜਿਹੜੀ ਦੋਨੇ ਹੀ ਗੱਲਾਂ ਨੇ, ਇਹ ਤੇ ਸਿੱਖ ਸਿਆਸਤ ਨੇ। ਪੰਨੂ ਤੇ ਕੁਝ ਨਹੀਂ ਹੋਇਆ, ਉਹਨੇ ਤੇ ਇਹ ਕਿਹਾ ਵੀ ਮੈਂ ਤੈਨੂੰ ਪੈਸੇ ਦੇ ਦੂੰਗਾ, ਤੁਸੀਂ ਆ ਜਾਓ। ਹੁਣ ਅਸੀਂ ਪਹਾੜੇ ਦੇ ਟੱਟੂ ਬਣ ਕੇ ਤੁਰ ਰਹੇ ਹਾਂ। ਸਿਆਸਤ ਕਿਸੇ ਦੀ, ਗੱਲ ਕਿਸੇ ਦੀ, ਤੇ ਅਸੀਂ ਖਾਮ ਕਰਦੇ। ਔਰ ਜਿਹੜੇ ਬੰਦੇ ਗਏ ਨੇ ਉਹ ਸਾਰੇ ਮੋਨੇ ਨੇ, ਉਹਨਾਂ ਦੇ ਕੋਈ ਜਰਾ ਝੂਠ ਸਿੱਖ ਵੀ ਨਹੀਂ ਨਜ਼ਰ ਆਉਂਦੇ ਬਹੁਤੇ। ਹੁਣ ਇਹ ਗੱਲ ਜਿਹੜੀ ਹੈ, ਇਹਦਾ ਮਤਲਬ ਇਹ ਹੋਇਆ ਕਿ ਇਹ ਇੱਕ ਮੰਡੀ ਹੈ। ਸਿਆਸਤ ਨੇ ਇੱਕ ਮੰਡੀ ਪੈਦਾ ਕਰਤੀ। ਮੰਡੀ ਦੇ ਵਿੱਚ ਮਤਲਬ ਜਿਹੜੇ ਵਿਕ ਰਹੇ ਨੇ ਚੀਜ਼ਾਂ, ਉਹ ਆਪਣਾ ਖਾਲਿਸਤਾਨ ਵੇਚ ਰਹੇ ਨੇ, ਕੋਈ ਆਪਣਾ ਅਕਾਲੀ ਦਲ ਵੇਚ ਰਿਹਾ ਹੈ, ਕੋਈ ਆਪਣਾ ਮਤਲਬ ਰਾਸ਼ਟਰਵਾਦ ਵੇਚ ਰਿਹਾ ਹੈ। ਇਹਦੇ ਵਿੱਚ ਇਸ ਮੰਡੀ, ਮੈਂ ਇਹ ਸਮਝਦਾ ਕਿ ਮੈਂ ਗੁਰੂ ਦਾ ਸਿੱਖ ਹਾਂ। ਸਾਨੂੰ ਬਾਹਰੋਂ ਕਿਸੇ ਨੇ ਨੁਕਸਾਨ ਪਹੁੰਚਾਇਆ, ਜਦੋਂ ਅਸੀਂ ਇਸ ਢੰਗ ਨਾਲ ਲੜਿਆ ਕਿ ਮੁੜ ਕੇ ਨੁਕਸਾਨ ਪਹੁੰਚਾਉਣ ਦੀ ਉਹਨੇ ਕੋਸ਼ਿਸ਼ ਮਤਲਬ ਤੋਬਾ ਕੀਤੀ। ਸਾਡੀ ਟੌਰ ਇਹ ਹੈ ਕਿ ਜਿਹੜੀ ਭਾਜਪਾ RSS ਵਰਗੀ ਜਿਹੜੀ ਸੰਸਥਾ ਹੈਗੀ ਹੈ, ਉਹ ਸਿੱਖਾਂ ਨਾਲ ਨਹੀਂ ਵਿਗਾੜਨਾ ਚਾਹੁੰਦੀ, ਤੇ ਇਹ ਸਾਡੀ ਪ੍ਰਾਪਤੀ ਹੈ, ਇਹ ਸਾਡੀ ਕਮਾਈ ਹੈ ਜੇ ਨਹੀਂ ਵਿਗਾੜਨਾ ਚਾਹੁੰਦੀ। ਅਸੀਂ ਇਹਨੂੰ ਫਿਰ ਅਸੀਂ ਕਿਉਂ ਵਿਗਾੜੀਏ? ਵੀ ਆਓ ਸਾਡੇ ਨਾਲ ਜ਼ਰੂਰ ਲੜੋ। ਜਦੋਂ ਅਸੀਂ ਖਾਲਿਸਤਾਨੀ ਸ਼ੁਰੂ ਕਰਾਂ, ਇਸ ਕਰਕੇ ਮੇਰੇ ਮੁਤਾਬਕ ਜਿਹੜਾ ਸਵਾਲ ਤੁਹਾਡਾ ਹੈ ਕਿ ਮੇਰੇ ਮੁਤਾਬਕ ਪੰਜਾਬ ਵਿੱਚ ਖਾਲਿਸਤਾਨ ਦੀ ਨਾ ਕੋਈ ਗੱਲ ਹੈ, ਨਾ ਕੋਈ ਸੰਭਾਵਨਾ ਹੈ। ਜਿਹੜਾ ਮੇਰਾ ਸਵਾਲ, ਉਹਦਾ ਜਵਾਬ ਪੂਰਾ ਨਹੀਂ ਆਇਆ ਜਿਹੜਾ ਪਿਛਲਾ ਸੀ, ਕਿ ਬੀਜੇਪੀ ਨਾਲ ਮਿਲ ਬੈਠਣ ਦੀ ਗੱਲ ਤੁਸੀਂ ਹੁਣ ਇੱਥੇ ਵੀ ਜ਼ਿਕਰ ਕੀਤਾ, ਬੀਜੇਪੀ ਦੀ ਗੱਲ ਕੀਤੀ ਹੈ, ਜਾਂ ਟਕਰਾਅ ਕੋਈ ਨਹੀਂ ਚਾਹੁੰਦਾ, ਪਰ ਮਿਲ ਬੈਠਣ ਦੀ ਗੱਲ ਹੈ। ਜਦੋਂ ਮਸਲਿਆਂ ਦੇ ਹੱਲ ਹੁੰਦੇ ਨੇ ਤਾਂ ਕਿਉਂ ਨਹੀਂ ਅੱਗੇ ਵਧਿਆ ਜਾਂਦਾ? ਫਿਰ ਮੈਂ ਸਮਝਦਾ ਹਾਂ ਵੀ ਮੈਨੂੰ ਪੰਜਾਬ ਵਾਲੀ ਸਿਆਸਤ ਦਾ ਤਾਂ ਮੈਨੂੰ ਇਹ ਪਤਾ ਹੈ ਤੇ ਅਜੇ ਵੀ ਉਹ ਇਹ ਅਕਾਲੀ ਛੱਡ ਗਏ। ਬੀਜੇਪੀ ਨਾਲ 9 ਮਾਸ ਦਾ ਰਿਸ਼ਤਾ ਜਿਹੜਾ ਬਾਦਲ ਵਾਲਾ, ਉਹ ਸੁਖਬੀਰ ਦੇ ਹੁੰਦਿਆਂ ਨਹੀਂ ਰਿਹਾ, ਤੇ ਫਿਰ ਵੀ ਸਾਰੇ ਕਹੀ ਜਾਂਦੇ ਨੇ ਕਿ ਇਹਨਾਂ ਨੂੰ ਇਕੱਠੇ ਹੋਣਾ ਹੀ ਪਏਗਾ। ਇਹ ਕਹਿ ਰਹੇ ਨੇ, ਸਾਰੇ ਓਪੀਨੀਅਨ ਨੇ ਬਣਦੇ ਵੀ ਇਹਨਾਂ ਨੂੰ ਇਕੱਠੇ ਹੋਣਾ ਹੀ ਪਏਗਾ। ਤੇ ਖਾਲਿਸਤਾਨ ਤੇ ਕਹਿੰਦੇ ਕਿਸੇ ਨਾਲ, ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਵੀ ਸਿੱਖ ਹਨ, ਕਲਕੱਤੇ ਵਾਲੇ ਸਿੱਖ ਨੇ, ਦਿੱਲੀ ਵਾਲੇ ਸਿੱਖ ਨੇ, ਬੰਬੇ ਵਾਲੇ ਸਿੱਖ ਨੇ, ਉਹ ਤੇ ਸਮੇਂ ਦੀ ਸਰਕਾਰ ਦੇ ਨਾਲ ਟਕਰਾ ਕੇ ਚੱਲ ਹੀ ਨਹੀਂ ਸਕਦੇ। ਉੱਥੇ ਵਪਾਰੀ ਸਿੱਖ ਨੇ, ਸਾਰੇ ਅਮੀਰ ਸਿੱਖ ਨੇ, ਉਹ ਤੇ ਇਹੋ ਜਿਹੇ ਖਲਜਣ 'ਚ ਪੈ ਹੀ ਨਹੀਂ ਸਕਦੇ। ਉਹਨਾਂ ਨੂੰ ਲੋਕਲ ਸਿਆਸਤ ਉਹਨਾਂ ਨੇ ਆਪਣੇ ਮੁਤਾਬਕ ਕਰਨੀ ਹੈ। ਜੇ ਉਹ ਮਤਲਬ ਇਸ ਵੇਲੇ ਬੰਗਾਲ 'ਚ ਨੇ,
ਬੰਗਾਲ 'ਚ ਮਮਤਾ ਬੈਨਰਜੀ ਨਾਲ ਕਿਉਂ ਟਕਰਾਉਣ ਤੇ ਆਪਣਾ ਨੁਕਸਾਨ ਕਰਾਉਣ, ਜਦੋਂ ਕਿ ਉੱਥੇ ਰਾਜ ਨਹੀਂ ਹੋਣਾ ਸਾਡਾ। ਉੱਥੇ ਭਾਜਪਾ ਤੇ ਉਹਦੀ ਲੜਾਈ ਹੈ, ਉਹਨਾਂ ਨੇ ਸਾਈਡ ਕਰਨਾ, ਕਿਹਦੇ ਨਾਲ ਕਰਨਾ। ਹੁਣ ਜੇ ਮਤਲਬ ਬੰਗਾਲ ਦਾ ਸਿੱਖ ਮਤਲਬ ਮਮਤਾ ਨਾਲ ਸਾਈਡ ਕਰ ਰਿਹਾ ਹੈ, ਤੇ ਮਤਲਬ ਬੰਬੇ ਦਾ ਸਿੱਖ ਜਿਹੜਾ ਹੈ ਉਹ ਮਤਲਬ ਸ਼ਿਵ ਸੈਨਾ ਨਾਲ ਕਰ ਰਿਹਾ ਹੈ, ਤੇ ਦਿੱਲੀ ਦਾ ਸਿੱਖ ਮਤਲਬ RSS ਨਾਲ ਕਰ ਰਿਹਾ, ਤਾਂ ਸੋ ਵੱਟ, ਮੈਨੂੰ ਤਾਂ ਕੋਈ ਬੁਰਾ ਨਹੀਂ ਲੱਗਦਾ। ਹਾਲਾਂਕਿ ਅਸੀਂ ਬਹੁਤ ਟੱਚੀ ਹਾਂ ਇਸ ਗੱਲ ਤੇ, ਮਤਲਬ ਕਰਕੇ, ਪਰ ਟੱਚੀ ਸਿਆਸਤਦਾਨ ਹੈ ਜਿਹੜਾ ਸਿਆਸਤ ਕਰ ਰਿਹਾ ਹੈ। ਮੇਰੀ ਸਮੱਸਿਆ ਇਹ ਹੈ ਕਿ ਮੈਂ ਐਜ਼ ਅ ਐਕੈਡਮਿਸ਼ਨ, ਐਜ਼ ਅ ਸਿੱਖ ਐਕਟਿਵਿਸਟ, ਲਗਾਤਾਰ ਆਪਣੇ ਐਕਸਪੀਰੀਅੰਸ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਮਤਲਬ ਇਹ ਸੋਚੋ ਤੇ ਸਹੀ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਸਿਆਸਤ ਕਰ ਰਹੇ ਹਾਂ। ਮੈਨੂੰ ਤਾਂ ਬੰਦਾ ਨਹੀਂ ਲੱਭਦਾ ਜਿਹੜਾ ਸਿਆਸੀ ਲੈਂਗੁਏਜ ਤੋਂ ਬਿਨਾਂ ਸੋਚਦਾ ਹੋਵੇ ਸਿੱਖ। ਹਾਲਾਂਕਿ ਸਿੱਖ ਤੇ ਬੇਸਿਕਲੀ ਧਾਰਮਿਕ ਹੈ, ਉਹਨੇ ਤਾਂ ਗੁਰੂ ਸੋਚ ਦਾ ਸੁਣਨਾ, ਗੁਰੂ ਦੀ ਸੋਚ ਵਿੱਚ ਸਿਆਸਤ ਕਿੱਥੇ, ਇਹ ਤਾਂ ਕੋਈ ਦੱਸਦਾ ਨਹੀਂ। ਚਲੋ ਗੁਰੂ ਦੀ ਸੋਚ ਨੇ ਇਹ ਤਾਂ ਨਹੀਂ ਹੋੜਿਆ ਵੀ ਤੁਸੀਂ ਆਪਣੇ ਸਮਕਾਲ ਵਿੱਚ ਜਿਸ ਸਮੇਂ ਤੁਸੀਂ ਰਹਿ ਰਹੇ ਹੋ, ਉੱਥੇ ਤੁਹਾਡਾ ਮਸਲਾ ਜਿਹੜਾ ਤੁਹਾਡੀ ਹੋਂਦ ਤੇ ਤੁਹਾਡੀ ਮਤਲਬ ਜਿਹੜੀ ਹੈਗੀ ਹੈ ਹੋਂਦ ਤੇ ਹੋਣ, ਇੱਕ ਤੇ ਤੁਹਾਨੂੰ ਗਿਵਨ ਦਿੱਤੀ ਹੋਈ ਹੈ, ਤੁਸੀਂ ਸਿੱਖ ਦੇ ਘਰ ਪਲਿਆ ਹੋਏ ਹੋ, ਇਹ ਸਾਡੀ ਹੋਂਦ ਹੈ। ਜਿਹੜਾ ਸਾਡਾ ਹੋਣ ਹੈ ਉਹ ਵਿਚਰਨ ਕੀ ਹੈ, ਉਹਦੇ ਵਿੱਚੋਂ ਮਤਲਬ ਜਿਹੜਾ ਉਹ ਬੰਦੇ ਕਾਮਰੇਡਾਂ 'ਚ ਵੀ ਸਿੱਖ ਨੇ, ਕਾਂਗਰਸ ਸਿੱਖ ਨੇ, ਭਾਜਪਾ ਮਤਲਬ ਆਪ ਨੂੰ ਸਿੱਖ ਨੇ ਬਥੇਰੇ, ਉੱਥੇ ਆਪਣੇ ਖੁੱਲੀਆਂ ਦਾੜੀਆਂ ਵਾਲੇ ਸਪੀਕਰ ਖੁੱਲੀ ਦਾੜੀ ਵਾਲਾ ਸਿੱਖ ਹੈ, ਹੋਰ ਵੀ ਬਥੇਰੇ ਇਹੋ ਜਿਹੇ ਹੈਗੇ ਨੇ। ਹੁਣ ਮੈਂ ਇਹ ਸਮਝਦਾ ਕਿ ਉਹਨਾਂ ਨੂੰ ਜਿਹੜੇ ਸਿੱਖ ਸਿਆਸਤਦਾਨ ਹੁਣ ਇਕੱਠੇ ਹੋਏ ਨੇ, ਉਹ ਉਹਨਾਂ ਨੂੰ ਕਿਵੇਂ ਡਿਫਾਈਨ ਕਰਦੇ ਨੇ, ਉਹ ਆਪੋ ਉਹਦੀ ਸੋਚ ਲੈਣ। ਮੈਨੂੰ ਤਾਂ ਸਿੱਖ ਦੇ ਤੌਰ ਤੇ ਸਾਰੇ ਉਹ ਇੱਕੋ ਜਿਹੇ ਲੱਗਦੇ ਨੇ। ਮੈਨੂੰ ਮਾਨ, ਸਰਨਾ, ਸੁਖਵੀਰ ਤੇ ਮਤਲਬ ਜਿਹੜਾ ਸਪੀਕਰ ਹੈ ਆਪ ਦਾ, ਇਹ ਇੱਕੋ ਜਿਹੇ ਲੱਗਦੇ ਨੇ, ਮੈਨੂੰ ਕੋਈ ਫਰਕ ਨਹੀਂ ਲੱਗਦਾ, ਮੈਂ ਸਮਝਦਾ ਠੀਕ ਨੇ। ਹੁਣ ਇਹਦੇ ਮਤਲਬ ਇਹ ਹੈ ਕਿ ਮੈਂ ਕਹਿਣਾ ਇਹ ਚਾਹੁੰਦਾ ਤੁਹਾਨੂੰ ਵੀ ਜਿਹੜੀ ਗੱਲ ਅਸੀਂ ਬੰਦੀ ਸਿੱਖਾਂ ਦੇ ਹਵਾਲੇ ਨਾਲ ਕਰ ਰਹੇ ਹਾਂ, ਉਹ ਬੰਦੀ ਸਿੱਖਾਂ ਨੂੰ ਰਿਹਾਈ ਵਾਲੇ ਪਾਸੇ ਨੂੰ ਨਹੀਂ ਜਾਂਦੀ, ਜਿਨੀ ਬੰਦੀ ਸਿੱਖਾਂ ਦੇ ਬੇਸ ਸਿਆਸਤ ਵਾਲੇ ਪਾਸੇ ਨੂੰ ਜਾਂਦੀ ਹੈ। ਤੇ ਬੰਦੀ ਸਿੱਖ ਤੇ ਸਾਰੇ ਜਿਹੜੇ ਅੰਦਰ ਨੇ ਉਹ ਖਾਲਿਸਤਾਨ ਦੇ ਅੰਦਰ ਨੇ। ਫਿਰ ਤੁਸੀਂ ਪ੍ਰੋਫੈਸਰ ਮੈਂ ਇੱਕ ਸਵਾਲ ਹੋਰ ਉੱਠਦਾ ਇੱਥੇ ਕਿ ਜਦੋਂ ਬਾਕੀ ਸਾਰੀਆਂ ਧਿਰਾਂ ਮਤਲਬ ਕਿ ਪੰਥਕ ਧਿਰਾਂ ਜਿਹਨਾਂ ਨੂੰ ਕਹਿ ਲਓ, ਉਹ ਲੱਗੀਆਂ ਹੋਈਆਂ ਸਿੱਖਾਂ ਦੇ ਮਸਲੇ, ਬੰਦੀ ਸਿੱਖਾਂ ਦੇ ਮਸਲੇ, ਪਰ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ, ਆਮ ਆਦਮੀ ਪਾਰਟੀ ਦੀ ਗੱਲ ਹੈ, ਉਹ ਇਸ ਮੁੱਦੇ ਨੂੰ ਕਿਉਂ ਨਹੀਂ ਹਿਊਮੈਨਿਟੇਰੀਅਨ ਦੇ ਜ਼ਰੀਏ, ਆਪਾਂ ਕਹਿ ਲਈਏ ਕਿ ਇਨਸਾਨੀਅਤ ਦੇ ਨਾਤੇ ਜਾਂ ਮਨੁੱਖੀ ਅਧਿਕਾਰਾਂ ਦੇ ਨਾਤੇ ਜਦੋਂ ਗੱਲ ਹੁੰਦੀ ਹੈ, ਤੁਹਾਨੂੰ ਸੱਤਾ ਸੌਂਪੀ ਗਈ ਹੈ, ਲੋਕਾਂ ਨੇ ਤੁਹਾਨੂੰ ਆਪਣਾ ਆਗੂ ਬਣਾ ਕੇ ਅੱਗੇ ਲਿਆ ਕੇ ਖੜਾ ਕੀਤਾ, ਤਾਂ ਆਮ ਆਦਮੀ ਪਾਰਟੀ ਕਿਉਂ ਤਰਹਿੰਦੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ, ਖਾਸ ਕਰ ਸਿੱਖ ਮਸਲਿਆਂ ਨੂੰ ਲੈ ਕੇ, ਤੇ ਹਾਲਾਤ ਬਣ ਫਿਰ ਜੇ ਉਹ ਗੱਲ ਨਹੀਂ ਕਰਦੇ ਬੰਦੀ ਸਿੱਖਾਂ ਦੀ ਰਿਹਾਈ ਦੀ, ਕਿਉਂ ਤਰਹਿੰਦੀ ਹੈ, ਉਹ ਤੇ ਆਪ ਵਾਲੇ ਦੱਸ ਸਕਦੇ ਨੇ, ਮੈਂ ਤੇ ਨਹੀਂ ਦੱਸ ਸਕਦਾ, ਮੈਂ ਅੰਦਾਜ਼ਾ ਲਾ ਸਕਦਾ। ਮੈਂ ਸਮਝ ਆਏ ਆ ਕਿ ਆਪ ਵਾਲੇ ਜਿਹੜੇ ਨੇ ਬੰਦੀ ਸਿੱਖਾਂ ਦੀ ਮੁਖਾਲਫਤ ਕਰਨਾ ਅਫੋਰਡ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਪੰਜਾਬ 'ਚ ਰਹਿਣਾ ਹੈ। ਉਹ ਸਾਡੀਆਂ ਮਾਵਾਂ, ਭੈਣਾਂ, ਧੀਆਂ, ਉਹਨੇ ਬੰਦੀ ਸਿੱਖ ਦਾ ਕੀ ਕਸੂਰ ਕੀ ਹੈ? ਕਸੂਰ ਤੇ ਇਹ ਵੀ ਉਹਨਾਂ ਨੂੰ ਇੱਕ ਕਾਨੂੰਨ ਦੇ ਅੰਦਰ ਉਹਨਾਂ ਨੇ ਜਕੜ ਕੇ ਅੰਦਰ ਕਰਤਾ। ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਵੀ ਅਸੀਂ ਉਹ ਕਾਨੂੰਨ ਦੇ ਅੰਦਰੋਂ ਉਹਨੂੰ ਬਾਹਰ ਕੱਢਣ ਨੂੰ ਤਿਆਰ ਹਾਂ, ਅਸੀਂ ਉਹਨਾਂ ਨੂੰ ਬਾਹਰ ਕੱਢਣ ਨੂੰ ਤਿਆਰ ਹਾਂ। ਅਸੀਂ ਉਹ ਮੰਨ ਹੀ ਨਹੀਂ ਰਹੇ, ਮਤਲਬ ਉਸ ਪਾਸੇ ਨੂੰ ਤੋਰ ਹੀ ਨਹੀਂ ਰਹੇ। ਅਸੀਂ ਇਹਨੂੰ ਇਹ ਬਣਾਤਾ ਵੀ ਅਕਾਲੀ ਪੈਰਵਾਈ ਕਰੂਗਾ, ਕਿ ਆਪ ਪੈਰਵਾਈ ਕਰੂਗਾ, ਕਿ ਕਾਂਗਰਸੀ ਮੁਖਾਲਫਤ ਕਰੂਗਾ, ਕਿ ਭਾਜਪਾ ਜਿਹੜੀ ਆ ਉਹਦੇ ਗੋਡੇ ਫੜਨੇ ਪੈਣਗੇ, ਇਸ ਪਾਸੇ ਨੂੰ ਤੁਰ ਪਏ। ਮੈਂ ਕਹਿਣਾ ਵੀ ਇਹਦੇ 'ਚ ਮੈਂ ਇਹ ਕਹਿ ਰਿਹਾ ਸੀ ਵੀ ਇਹ ਕਾਨੂੰਨੀ ਮਾਮਲਾ ਹੈ, ਕਾਨੂੰਨੀ ਮਾਮਲੇ ਦੇ ਵਾਸਤੇ ਅਸੀਂ ਪੈਦਲ ਹੀ ਨਹੀਂ ਲੈ ਰਹੇ ਕੋਈ। ਜਿਹੜੀ ਸਾਰੀ ਕਮੇਟੀ ਬਣੀ ਹੁਣ ਉਹਦੇ 'ਚ ਬੰਦਾ ਕਾਨੂੰਨ ਵਾਲਾ ਬੰਦਾ ਦੱਸਦਾ ਕੌਣ ਹੈ? ਧਾਮੀ ਆ ਇਕੱਲਾ ਵਕੀਲ, ਤੇ ਜਿਹੜਾ ਮਤਲਬ ਜਿਹੜੇ ਉਹ ਵਕੀਲ ਜਿਹੜਾ ਹੈ ਉਹਨੇ ਵਕਾਲਤ, ਉਹ ਵਕੀਲ ਵਾਲੀ ਦੀ ਗੱਲ ਕਰਨੀ, ਉਹ ਤੇ ਉਹਦਾ ਸੈਕਟਰੀ ਹੈ। ਜਿਹੜੀ ਕਮੇਟੀ ਬਣੀ ਹੈ ਉਹਨੇ ਉਹ ਸੱਦਣੀ ਹੈ, ਸੱਦ ਵੀ ਲਈ ਆ, ਮੀਟਿੰਗ ਹੋਊਗੀ, ਉਹਦੀਆਂ ਵੀ ਆਊਟਕਮ ਸਾਹਮਣੇ ਆ ਜਾਣਗੇ। ਮੈਂ ਸ਼ੋਰ ਹਾਂ ਕਿ ਉਹ ਜੇ ਚਾਹਣ ਵੀ ਤੇ ਇਹਦੀ ਆਊਟਕਮ ਕੋਈ ਨਹੀਂ ਕੱਢ ਸਕਦੇ, ਇਹਦੇ ਪਾਸੇ ਤੁਰ ਸਕਦੇ ਨੇ। ਇਹ ਸਿਰਫ ਲੋਕਾਂ ਦੇ ਮਨ ਵਿੱਚ ਹੋ ਸਕਦਾ, ਜਿਨ੍ਹਾਂ ਦੇ ਅੰਦਰ ਨੇ ਬੱਚੇ, ਉਹਨਾਂ ਦੀ ਮਾਂ ਪਿਓ ਨੂੰ ਇਹ ਹੌਸਲਾ ਹੋ ਸਕਦਾ ਹੈ ਵੀ ਸਰ ਸਾਡੇ ਨਾਲ ਖੜੇ ਨੇ, ਇਹਦੇ ਵੱਲ ਕੁਛ ਨਹੀਂ ਹੋਣਾ। ਇਹ ਕਾਨੂੰਨੀ ਮਾਮਲਾ ਹੈ, ਇਹਨੂੰ ਕਾਨੂੰਨੀ ਢੰਗ ਨਾਲ ਲੜਨਾ ਚਾਹੀਦਾ। ਮੇਰਾ ਆਖਰੀ ਸਵਾਲ ਹੈ ਰਵਨੀਤ ਬਿੱਟੂ ਦੇ ਮਸਲੇ ਨੂੰ ਲੈ ਕੇ
ਕਿ ਉਹ ਜਦੋਂ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਬੰਦੀ ਸਿੰਘਾਂ ਨੂੰ, ਉਹ ਤਾਂ ਆਪਣੇ ਸ਼ਬਦਾਂ 'ਚ ਅੱਤਵਾਦੀ ਕਹਿੰਦੇ ਨੇ, ਕਿ ਜੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕਰਦੇ ਹੋ ਤਾਂ ਇਦੋਂ ਜਿਹੜੇ ਅੱਤਵਾਦ ਪੀੜਤ ਨੇ ਮੈਂ ਉਹਨਾਂ ਨੂੰ ਲੈ ਕੇ ਤੁਹਾਡਾ ਵਿਰੋਧ ਕਰਾਂਗਾ, ਤੇ ਉਹ ਅੱਗੇ ਮਤਲਬ ਕਿ ਸਰਕਾਰੀ ਦਰਬਾਰੇ ਪਹੁੰਚ ਵੀ ਕਰਦੇ ਨੇ ਕਿ ਇਸ ਮਸਲੇ ਨੂੰ ਨਾ ਕਿਸੇ ਵੀ ਢੰਗ ਦੇ ਨਾਲ ਹਵਾ ਦਿੱਤੀ ਜਾਵੇ। ਪਰ ਉਹਨਾਂ ਦਾ ਪਲੇਟਫਾਰਮ ਕੀ ਮੰਨਿਆ ਜਾਵੇ, ਕਿ ਕੀ ਕਾਂਗਰਸ ਦੇ ਪਲੇਟਫਾਰਮ ਤੋਂ ਉਹ ਸਾਰੀ ਗੱਲ ਕਰਦੇ ਨੇ ਜਾਂ ਨਿੱਜੀ ਤੌਰ ਦੇ ਉੱਤੇ? ਤੇ ਜੇ ਕਾਂਗਰਸ ਦੇ ਪਲੇਟਫਾਰਮ ਤੋਂ ਗੱਲ ਕਰਦੇ ਨੇ ਤਾਂ ਜਿਹੜੇ 84 ਕਤਲੇਆਮ ਦੇ ਦੋਸ਼ੀ ਨੇ ਜਾਂ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਰਹੇ ਨੇ, ਕਾਂਗਰਸ ਦੇ ਆਗੂਆਂ ਤੇ ਸਿੱਧੇ ਸਿੱਧੇ ਸੱਜਣ ਕੁਮਾਰ ਵਰਗੇ ਜੇਲ੍ਹ ਕੱਟ ਕੇ ਆਏ ਨੇ, ਤਾਂ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਉਹ ਉਹਨਾਂ ਅੱਤਵਾਦ, ਸਿੱਖ ਅੱਤਵਾਦ ਪੀੜਤ ਜਿਹੜੇ ਪਰਿਵਾਰ ਨੇ, ਖਾੜਕੂਵਾਦ ਪੀੜਤ ਪਰਿਵਾਰ ਨੇ ਜਿਹੜੇ ਸਿੱਖਾਂ ਦੇ, ਉਹਨਾਂ ਨੂੰ ਲੈ ਕੇ ਕਿਉਂ ਨਹੀਂ ਕਦੇ ਉਹਨਾਂ ਨੇ ਝੰਡਾ ਚੁੱਕਿਆ ਕਿ ਮੈਂ ਵੀ ਵਿਰੋਧ ਕਰਦਾ, ਕਿ ਉਹ ਬਾਹਰ ਕਿਉਂ ਨੇ, ਉਹ ਸਿੱਧੇ ਕਿਉਂ ਸ਼ਰੇਆਮ ਕਿਉਂ ਫਿਰਦੇ ਨੇ, ਜਾਂ ਕਾਂਗਰਸ ਦੇ ਵਿੱਚ ਉਹਨਾਂ ਨੂੰ ਵੱਡੇ ਅਹੁਦੇ ਕਿਉਂ ਮਿਲਦੇ ਨੇ? ਮੈਂ ਇਹਦੇ ਤੇ ਦੇਖੋ, ਮੈਂ ਦੋ ਟੁਕ ਫੈਸਲਾ ਨਹੀਂ ਦੇ ਸਕਦਾ, ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪਣੀ ਆਪਣੀ ਸਿਆਸਤ ਕਰ ਰਹੀਆਂ ਨੇ। ਮਤਲਬ ਬੰਦੀ ਸਿੱਖਾਂ ਨੂੰ ਲੈ ਕੇ ਸਿਆਸਤ ਮੈਂ ਕਹਿ ਰਿਹਾ ਵੀ ਭਾਜਪਾ ਦੀ ਹੋਰ ਹੋਏਗੀ, ਆਪ ਦੀ ਹੋਰ ਹੋਏਗੀ, ਕਾਂਗਰਸ ਦੀ ਹੋਰ ਹੋਏਗੀ। ਉਹ 'ਚ ਬਿੱਟੂ ਦੀ ਇੱਕ ਸ਼ੇਡ ਸਾਹਮਣੇ ਆ ਗਈ ਹੈ। ਉਹਦਾ ਇਹ ਕਾਂਗਰਸ ਦਾ ਫੈਸਲਾ ਨਹੀਂ, ਬਿੱਟੂ ਦਾ ਮਤਲਬ ਬਿਆਨ ਹੈ। ਉਹ ਕਾਂਗਰਸ ਦਾ ਫੈਸਲਾ ਜਿੱਦਣ ਹੋਏਗਾ ਉਦੋਂ ਮਤਲਬ ਵੇਖਿਆ ਜਾਏਗਾ। ਚਲੋ ਮੈਂ ਹੋ ਵੀ ਸਕਦਾ, ਕੋਈ ਗੱਲ ਨਹੀਂ। ਪਰ ਮੈਂ ਇਹ ਕਹਿ ਰਿਹਾ ਕਿ ਅਸੀਂ ਕਮੇਟੀ ਬਣਾ ਕੇ ਇਹ ਇਸ਼ੂ ਖੜਾ ਕਰਤਾ ਦੂਜਿਆਂ ਨੂੰ ਖਿਲਾਫਤ ਕਰਨ ਦਾ। ਇਹਦੇ ਨਾਲ ਅਸੀਂ ਕੀ ਕੱਢਿਆ? ਜੇ ਕਾਨੂੰਨੀ ਮਸਲਾ ਹੁੰਦਾ, ਜੇ ਇਹ ਗੱਲ ਜਿਹੜੀ ਹੈ ਕੁਲਦੀਪ ਸਿੰਘ ਜੱਜ ਕਹਿ ਰਿਹਾ ਹੁੰਦਾ, ਸੋਢੀ ਸਾਹਿਬ ਜੱਜ ਕਹਿ ਰਹੇ ਹੁੰਦੇ, ਮਤਲਬ ਫੂਲਕਾ ਕਹਿ ਰਿਹਾ ਹੁੰਦਾ, ਤੇ ਕਿਸੇ ਕਾਂਗਰਸੀ ਨੇ ਉੱਠ ਕੇ ਮੁਖਾਲਫਤ ਨਹੀਂ ਸੀ ਕਰਨੀ। ਬਿਲਕੁਲ। ਹੁਣ ਜੇ ਇਹ ਕਹਿਣਗੇ ਸਿਆਸਤਦਾਨ, ਜੇ ਸੁਖਬੀਰ ਕਹੇਗਾ, ਤੇ ਫਿਰ ਜਿਨ੍ਹਾਂ ਨੂੰ ਸੁਖਬੀਰ ਨੇ ਇਸ ਬਹਾਨੇ ਨਾਲ ਵੋਟ ਖਿੱਚਣੀ ਹੈ ਉਹ ਤੇ ਮੁਖਾਲਫਤ ਕਰਨਗੇ। ਬਿੱਟੂ ਜਿਹੜਾ ਉਹ ਵੋਟ ਦੇ ਐਂਗਲ ਤੋਂ, ਸਿਆਸੀ ਐਂਗਲ ਤੋਂ ਕਹਿ ਰਿਹਾ, ਉਹਦੀ ਰਾਏ ਹੈ ਇਹ। ਉਂਝ ਵੀ ਉਹ ਖਾਨਦਾਨੀ ਤੌਰ ਤੇ ਉਹਦੇ ਵਿੱਚ ਇਨਵੋਲਵਡ ਹੈ, ਚੱਲੀ ਜਾਂਦੇ ਨੇ। ਉਹਨਾਂ ਨੇ ਬਥੇਰੀ ਵਾਰ ਛੱਡਿਆ, ਬਥੇਰੀ ਵਾਰ ਫੜ ਲਿਆ, ਹੁਣ ਫੇਰ ਉਹਨੇ ਕਿਹਾ ਵੀ ਫੜ ਲਾਂਗੇ। ਇਹ ਤਾਂ ਹੋਣਾ ਹੀ ਹੈ। ਜਦੋਂ ਮਤਲਬ ਭਾਜਪਾ ਦੀ ਜਿਹੜੀ ਹੋਂਦ ਹੈ ਪੰਜਾਬ ਵਿੱਚ, ਉਹ ਵੀ ਤੇ ਇਸ ਬੇਸ ਤੇ ਹੀ ਹੈ ਨਾ, ਵੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਹਿੰਦੂ ਜਿਹੜਾ ਉਹਦਾ ਧੱਕਾ ਹੋ ਰਿਹਾ। ਉਹ ਭਾਈ ਇਹ ਜੇ ਧੱਕਾ ਹੋ ਰਿਹਾ ਹੈ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਅਸੀਂ ਧੱਕਾ ਹੋਣ ਦੀ ਪ੍ਰੋਵੀਜ਼ਨ ਕਿਉਂ ਰੱਖ ਰੱਖੀ ਹੈ ਮਿਨੋਰਿਟੀ ਨਾਲ। ਜੇ ਹਿੰਦੂ ਮਿਨੋਰਿਟੀ 'ਚ ਮੰਨ ਲਓ ਤੇ ਉਹਨਾਂ ਨਾਲ ਮਿਨੋਰਿਟੀ ਕਰਕੇ ਧੱਕਾ ਹੋਊ ਨਾ, ਮੈਜੋਰਿਟੀ ਦਾ ਧੱਕਾ ਕਰੂਗੀ। ਤੇ ਸਾਰੇ ਹਿੰਦੁਸਤਾਨ 'ਚ ਮਤਲਬ ਭਾਜਪਾ ਕਰੀ ਜਾਂਦੀ ਹੈ ਸਾਰਿਆਂ ਨਾਲ, ਮਤਲਬ ਮਿਨੋਰਿਟੀ ਦਾ ਮਤਲਬ ਉਹਨਾਂ ਨੇ ਮਿੱਧ ਰੱਖੀ ਹੈ। ਅਸਲ ਵਿੱਚ ਇਹ ਹੈ ਕਿ ਸਿੱਖੀ ਨੇ ਇਹ ਗੱਲ ਸਾਹਮਣੇ ਲਿਆਂਦੀ ਸੀ ਵੀ ਅਸੀਂ ਵਿਰੋਧ ਨੂੰ ਦੁਸ਼ਮਣੀ ਨਹੀਂ ਸਮਝਣਾ, ਤੇ ਰਲ ਕੇ ਬਹਿਣ ਵਾਸਤੇ, ਸਫਾ ਵਿਛਾ ਕੇ ਬੈਠਣ ਵਾਸਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਤੇ ਉਹਨਾਂ ਨੇ ਜਿਹੜਾ ਸਿੱਖ ਕਲਚਰ ਨੇ ਇਹ ਪੈਦਾ ਕੀਤਾ ਪੰਜਾਬ ਵਿੱਚ, ਆਹ ਪਟਿਆਲੇ ਦੀ ਕੋਸ਼ਿਸ਼ ਦੇ ਬਾਵਜੂਦ ਅੱਗ ਨਹੀਂ ਲੱਗੀ। 84 ਵਿੱਚ ਜਦੋਂ ਹਾਈਟ ਤੇ ਸੀ ਖਾਲਿਸਤਾਨ, ਉਦੋਂ ਵੀ ਉਹ ਉਧਰ ਤੁਮੀ ਨਹੀਂ ਹੋਈ ਜਿਹੜੀ ਅੱਜ ਕੱਲ੍ਹ ਬੁਲਡੋਜ਼ਰ ਨਾਲ ਹੋ ਰਹੀ ਹੈ, ਕਿਉਂਕਿ ਕਾਨੂੰਨੀ ਮਾਨਤਾ ਨਹੀਂ ਸੀ ਉਹਨੂੰ। ਹੁਣ ਤੇ ਜਿੱਥੇ ਜਿੱਥੇ ਮਿਨੋਰਿਟੀ ਮਿਲਦੀ ਜਾ ਰਹੀ ਹੈ, ਕਾਨੂੰਨੀ ਮਾਨਤਾ ਮਿਲ ਪਈ ਹੈ ਉਹਨੂੰ। ਸਾਨੂੰ ਇਸ ਕਰਕੇ ਹਿੰਦੁਸਤਾਨ 'ਚ ਰਹਿੰਦੇ ਹੋਇਆ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਦੁਸਤਾਨ ਦਾ ਵਿਧਾਨ ਜਿਹੜਾ ਹੈ ਉਹਨੂੰ ਵਾਇਲੇਟ ਕਰਕੇ ਨਹੀਂ ਤੁਰ ਸਕਦੇ, ਕਿਉਂਕਿ ਅਸੀਂ ਆਲਮੀ ਮਤਲਬ ਸਾਰੇ ਹਿੰਦੁਸਤਾਨ 'ਚ ਖਿਲਰੇ ਹੋਏ ਹਾਂ। ਜਿਹੜਾ ਪੰਜਾਬ ਵਾਲਾ, ਮੈਂ ਤੇ ਪਟਿਆਲੇ 'ਚ ਬਹਿ ਕੇ ਜੇ ਮਤਲਬ ਵਾਇਲੇਟ ਕਰਦੇ ਹਾਂ ਤੇ ਹੋ ਸਕਦਾ ਮੇਰਾ ਬੱਚਤ ਹੋ ਜਾਏ, ਪਰ ਜਿਹੜਾ ਮਤਲਬ ਦਿੱਲੀ 'ਚ ਕਰੇਗਾ ਉਹਦੀ 50% ਬੱਚਤ ਰਹਿ ਜਾਏਗੀ, ਪਰ ਜਿਹੜਾ ਕਲਕੱਤੇ ਕਰੇਗਾ ਉਹ 2% ਵੀ ਨਹੀਂ ਰਹਿਣੀ। 2% ਵੀ ਨਹੀਂ ਰਹਿਣੀ। ਮੇਰਾ ਮਤਲਬ ਇਹ ਹੈ ਕਿ ਅਸੀਂ ਇਹ ਸਾਡੇ ਜਿਹੜੇ ਇੰਸਟੀਟਿਊਸ਼ਨ ਨੇ, ਅਕਾਲ ਤਖਤ ਸਾਹਿਬ, ਸਾਡੇ ਇੰਸਟੀਟਿਊਸ਼ਨ ਨੇ ਜਿਹੜੇ ਸ਼੍ਰੋਮਣੀ ਕਮੇਟੀ, ਇਹਨਾਂ ਨੇ ਇਸ ਲੈਵਲ ਤੇ ਸੋਚਣਾ ਸੀ। ਤੇ ਉਹਨਾਂ ਨੇ ਬੰਦੇ ਇਕੱਠੇ ਕਰਕੇ, ਜਿਹੜੇ ਬੰਦਿਆਂ ਨੂੰ ਸਮਝ ਆਇਆ ਇਸ ਗੱਲ ਦੀ, ਉਹਨਾਂ ਨੂੰ ਲੈ ਕੇ ਮਤਲਬ ਮੀਟਿੰਗ ਕਰਕੇ ਇਹ ਕਰਨਾ ਸੀ ਵੀ ਇਹ ਕੀ ਕੀਤਾ ਜਾਏ। ਪਰ ਉਹਨਾਂ ਨੇ ਆਪ ਹੀ ਫੈਸਲਾ ਕਰ ਲਿਆ ਵੀ ਅਕਾਲੀ ਦਲ ਬਹਾਲ ਕਰ ਲਓ, ਬਾਦਲ ਅਕਾਲੀ ਦਲ ਬਹਾਲ ਹੋ ਜਾਏ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਇਹ ਗਲਤ ਕਰ ਰਹੇ ਨੇ ਤੇ ਇਹ ਮਤਲਬ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਤੋਹੀਨ ਕੀਤੀ ਜਾ ਰਹੀ ਹੈ। ਸ਼ੁਕਰੀਆ ਕੀਤਾ ਜਾ ਰਿਹਾ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਿੱਖ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ। ਮੁੱਕਦੀ ਗੱਲ ਇਹ ਹੈ ਕਿ ਜਿਹੜੇ ਮਸਲੇ ਕਾਨੂੰਨੀ ਤੌਰ ਦੇ ਉੱਤੇ ਸੁਲਝਾਏ ਜਾ ਸਕਦੇ ਨੇ, ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਉਲਝਣਾਂ ਦੇ ਵਿੱਚ ਪਾ ਕੇ ਆਪਣੇ ਹੱਥੀਂ ਦਿੱਤੀਆਂ ਗੰਢਾਂ ਵਾਲਾ ਕੰਮ ਕੀਤਾ ਜਾ ਰਿਹਾ।
ਤੇ ਉਮੀਦ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਸਿੱਖ ਮਸਲਿਆਂ ਦਾ ਹੱਲ ਜਲਦ ਤੋਂ ਜਲਦ ਹੋਏਗਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।